ਵਾਹਿਗੁਰੂ ਸਾਹਿਬ ਜੀਓ। ਕੱਚੋਂ ਕੰਚਨ ਭਇਓ, ਸ਼ਬਦ ਗੁਰ ਸਰਵਣੈ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ। ਪਾਹਣ ਮਾਣਕ ਕਰੈ, ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ। ਸਤਿਗੁਰ ਚਰਨਾ ਜਿਨ ਪਰਸਿਆ, ਸੇ ਪਛ ਪ੍ਰੇਤ ਸੁਰ ਨਰ ਭਏ। ਇਕ ਓੰਕਾਰ ਸਤਿਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ। ਅਜੂਨੀ ਸੈਭੰ ਗੁਰ ਪ੍ਰਸਾਦ। ਆਸਾ ਮਹੱਲਾ ਪੰਜਵਾਂ। ਏਕ ਬਗੀਚਾ ਪੇੜ ਘਨ ਕਰਿਆ, ਅੰਮ੍ਰਿਤ ਨਾਮ ਤਹਾਂ ਮੈਂ ਫਲਿਆ। ਐਸਾ ਕਰੋ ਵਿਚਾਰ ਗਿਆਨੀ, ਜਾਂ ਤੇ ਪਾਈਐ ਪਦ ਨਿਰਬਾਨੀ। ਆਸ ਪਾਸ ਬਿਖੁਆ ਕੇ ਕੁੰਟਾ, बीच अमृत है पाई रे। ऐसा करो विचार ज्ञानी, जाते पाइए पद निर्बानी। आस पास बिखुआ के कुंटा, बीच अमृत है पाई रे। रहाओ सिंचन हारै एकै माली, खबर करत है पात पत डाली। सगल बनस्पत आन जड़ाई, सगली फूली निफाल ना काई। अमृत फल नाम जिन गुर ते पाया, नानक दास तरी तिन माया। अमृत फल नाम जिन गुर ते पाया, नानक दास तरी तिन माया। परम सन्मानयोग धन धन शब्द गुरु श्री गुरु ग्रंथ साहिब जी की पावन गोद विच जुड़ बैठी गुरु प्यारी साध संगत जीओ। सतगुर जी की गोद विच बैठ के आप जी ने सतगुर की पावन बाणी का पाठ कीर्तन विचारां बच्चियां पासों कवितावां बड़े प्यार नाल सुनिया ने। आओ शहीदां दे सरताज गुरु पंजवें पातशाह गुरु अर्जन साहिब महाराज जी की रसना तो उचारण किया होया पावन शब्द
ਜੋ ਰਾਗ ਆਸਾ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 385 ਅੰਕ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਇਮਾਨ ਹੈ। ਗੁਰਦੇਵ ਜੀ ਦੇ ਅਮੋਲਕ ਬਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ। ਬੜੇ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਫਤਿਹ ਗੱਜ ਕੇ ਬਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਸਤਿਗੁਰ ਦੀ ਗੋਦ ਵਿੱਚ ਬੈਠ ਕੇ ਬੜੇ ਪਿਆਰ ਨਾਲ ਮੇਰੇ ਤੋਂ ਪਹਿਲਾਂ ਵਿਚਾਰਾਂ ਸੁਣੀਆਂ ਨੇ। ਸ਼ਹੀਦਾਂ ਦੇ ਸਰਤਾਜ ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਵਾਕ ਆਪਾਂ ਹੁਣੇ ਸੁਣਿਆ ਹੈ। ਗੁਰੂ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਵਿੱਚ ਮਨੁੱਖਤਾ ਨੂੰ ਕੀ ਉਪਦੇਸ਼ ਦਿੱਤਾ ਹੈ, ਆਓ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਥੋੜੀ ਜਿਹੀ ਇਕਾਗਰਤਾ ਬਖਸ਼ਿਸ਼ ਕਰੋ। ਇਧਰੋਂ ਆਵਾਜ਼ ਆ ਰਹੀ ਹੈ, ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀਰਾਂ ਨੂੰ ਜਿਹੜੇ ਜਲ ਪਾਣੀ ਤਿਆਰ ਕਰ ਰਹੇ ਨੇ, ਜੇ ਕੰਮ ਕਰਨਾ ਹੈ ਤੇ ਬੋਲਣ ਤੋਂ ਬਿਨਾਂ ਸੰਕੋਚ ਕਰੀਏ ਆਪਾਂ, ਕਿਉਂਕਿ ਬਾਣੀ ਦਾ ਵਾਕ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਜੇ ਮਨ ਇਕਾਗਰ ਹੋਏਗਾ ਤਾਂ ਹੀ ਅਸੀਂ ਕੋਈ ਗੱਲ ਕਰ ਪਾਵਾਂਗੇ। ਸਾਡੇ ਬੱਚੇ ਸਕੂਲ ਜਾਂਦੇ ਨੇ, ਜਦੋਂ ਟੀਚਰ ਪੜ੍ਹਾਉਂਦਾ ਹੈ ਉਦੋਂ ਪੂਰੇ ਬੱਚੇ ਧਿਆਨ ਲਾ ਕੇ ਗੱਲ ਸੁਣਦੇ ਨੇ। ਇਹ ਵੀ ਇੱਕ ਸਿੱਖੀ ਦਾ ਸਕੂਲ ਹੈ, ਜਿੱਥੋਂ ਦੇ ਸਾਡੇ ਅਧਿਆਪਕ, ਸਾਡੇ ਟੀਚਰ, ਸਾਡੇ ਪ੍ਰਿੰਸੀਪਲ ਸਾਹਿਬ, ਸਾਡੇ ਗੁਰੂ, ਸਾਡੇ ਉਸਤਾਦ, ਕੁਝ ਵੀ ਕਹਿ ਲਓ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਤੇ ਅਸੀਂ ਜੇ ਦੁਨਿਆਵੀ ਤੌਰ ਤੇ ਵੀ ਕਦੀ ਨੋਟ ਕਰਿਓ ਤੁਸੀਂ, ਮੇਰੀਆਂ ਜਿੰਨੀਆਂ ਸਿਆਣੀਆਂ ਭੈਣਾਂ ਵੀਰ ਬੈਠੇ, ਆਪਾਂ ਕਿਸੇ ਨਾਲ ਗੱਲ ਕਰਦੇ ਹੋਈਏ ਨਾ, ਜੇ ਵਿੱਚ ਲਾਗੇ ਦੂਜਾ ਬੰਦਾ ਬੋਲ ਰਿਹਾ ਹੋਵੇ ਤੇ ਸਾਡੇ ਕੋਲ ਪ੍ਰੋਪਰ ਗੱਲ ਆਪਣੀ ਹੋ ਨਹੀਂ ਪਾਉਂਦੀ, ਅਸੀਂ ਉਹਨੂੰ ਕਹਿੰਦੇ ਭਾਈ 1 ਮਿੰਟ ਚੁੱਪ ਕਰ ਜਾ, ਮੈਨੂੰ ਆਪਣੀ ਗੱਲ ਕਹਿ ਲੈਣ ਦੇ। ਘਰਾਂ ਚ ਇੰਦੀ ਹੁੰਦਾ ਨਾ, ਘਰ ਚ ਬਾਪੂ ਜੀ ਬੋਲ ਰਹੇ ਹੋਣ, ਬੇਬੇ ਬੋਲ ਰਹੀ ਹੋਵੇ, ਕੋਈ ਘਰ ਚ ਸਾਡਾ ਕੋਈ ਮੈਂਬਰ ਗੱਲ ਕਰ ਰਿਹਾ ਹੋਵੇ ਤੇ ਲਾਗੇ ਨਿਆਣੇ ਸ਼ੋਰ ਪਾ ਰਹੇ ਹੋਣ, ਜਾਂ ਕੋਈ ਦੂਜਾ ਉੱਚੀ ਉੱਚੀ ਬੋਲਦਾ ਹੋਵੇ ਤੇ ਆਪਾਂ ਕੀ ਕਹਿੰਦੇ ਭਲਾ, ਭਾਈ ਥੋੜਾ ਜਿਹਾ ਹੌਲੀ, ਮੈਨੂੰ ਅਗਲੇ ਦੀ ਗੱਲ ਸੁਣਾਈ ਨਹੀਂ ਦੇ ਰਹੀ। ਤੁਸੀਂ ਕਿਤੇ ਗੱਲਾਂ ਕਰ ਰਹੇ ਹੋ ਤੇ ਲਾਗੇ ਕਿਸੇ ਦੇ ਮੋਬਾਈਲ ਤੇ ਰਿੰਗ ਵੱਜੇ, ਤੁਸੀਂ ਫੋਨ ਅਟੈਂਡ ਕਰਦੇ ਹੋ ਤੇ ਲਾਗੇ ਤੁਹਾਡੇ ਕੋਲ ਬੋਲ ਰਿਹਾ ਹੋਵੇ, ਤੁਸੀਂ ਨਾਲ ਹੀ ਕਹਿੰਦੇ ਚੁੱਪ, ਮੈਨੂੰ ਅਗਲੇ ਦੀ ਗੱਲ ਬੋਲੋ। ਸਾਧ ਸੰਗਤ ਜੀ ਸੁਣਦੀ ਨਹੀਂ। ਤੁਸੀਂ ਟੀਵੀ ਵੇਖ ਰਹੇ ਹੋ, ਲਾਗੇ ਕਿਸੇ ਦੀ ਮੋਬਾਈਲ ਦੀ ਰਿੰਗ ਵੱਜੇ, ਉਹਨੂੰ ਤੁਸੀਂ ਦਬ ਕਹਿੰਦੇ ਵੀ ਮੋਬਾਈਲ ਲੈ ਕੇ ਬਾਹਰ ਚਲਾ ਜਾ, ਜਾਂ ਉਹ ਕਹਿੰਦਾ ਵੀ ਟੀਵੀ ਦੀ ਆਵਾਜ਼ ਘੱਟ ਕਰ ਦਿਓ। ਜੇ ਉਹਨੇ ਬਾਹਰ ਨਹੀਂ ਜਾਣਾ ਪਸੰਦ ਕਰਦਾ, ਕਹਿੰਦਾ ਟੀਵੀ ਦੀ ਆਵਾਜ਼ ਘੱਟ ਕਰ ਦਿਓ। ਇਹਦਾ ਮਤਲਬ ਇਹ ਹੈ, ਇਹ ਗੱਲਾਂ ਮੁੱਢਲੀਆਂ ਨੇ ਵੀ ਜਦੋਂ ਤੁਸੀਂ ਕਿਸੇ ਨਾਲ ਗੱਲ ਕਰ ਰਹੇ ਹੋ, ਜੇ ਲਾਗੇ ਤੁਹਾਡੇ ਕੋਲ ਬੋਲ ਰਿਹਾ ਤੇ ਤੁਹਾਡੇ ਕੋਲੋਂ ਆਪਣੀ ਪ੍ਰੋਪਰ ਗੱਲ, ਕਦੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਠ ਲਾ ਕੇ ਵੀ ਇਹਨਾਂ ਗੱਲਾਂ ਦਾ ਧਿਆਨ ਦਿੱਤਾ। ਭਾਈ ਸਾਹਿਬ ਜਦੋਂ ਪਾਠ ਕਰ ਰਹੇ ਹੋਣ ਤੇ ਲਾਗੇ ਉੱਚੀ ਉੱਚੀ ਕਹੀ ਜਾਣਗੇ, ਉਹ ਦੇਖ ਇੱਥੇ ਰੱਖ, ਉਹ ਬਾਹਰ ਪ੍ਰਕਾਸ਼ ਕਰਨਾ, ਉੱਚੀ ਉੱਚੀ ਬੋਲੀ ਜਾਣੇ। ਤੇ ਇਹਦਾ ਅਰਥ ਤੁਸੀਂ ਸਧਾਰਨ ਬੰਦੇ ਦੀ ਗੱਲ ਦੀ ਮਹੱਤਤਾ ਮੰਨਦੇ ਜੇ, ਤੇ ਭਾਈ ਸਾਹਿਬ ਤੇ ਬਾਣੀ ਪੜ੍ਹ ਰਹੇ, ਤੁਹਾਡੀ ਕੋਈ ਗੱਲ ਕਰਦਿਆਂ ਕੋਈ ਉੱਚੀ ਬੋਲ ਪਵੇ ਤੁਹਾਨੂੰ ਖਿੱਚ ਚੜ੍ਹਦੀ ਹੈ, ਤੇ ਭਾਈ ਸਾਹਿਬ ਜਦੋਂ ਬਾਣੀ ਪੜ੍ਹ ਰਹੇ ਹੋਣ, ਕਿਉਂ ਸਾਧ ਸੰਗਤ ਜੀ ਕਦੀ ਮਹਿਸੂਸ ਕੀਤਾ? ਇਹ ਮੁੱਢਲੀਆਂ ਗੱਲਾਂ ਨੇ। ਕਈ ਵਾਰੀ ਮੈਂ ਗੁਰੂ ਦਰਬਾਰਾਂ 'ਚ ਵੇਖਿਆ ਵੀ ਅਸੀਂ ਅੰਦਰ ਸੰਗਤ ਤੋਂ ਹੋ ਰਹੀ ਹੁੰਦੀ ਹੈ, ਪਾਠ ਕੀਰਤਨ ਹੋ ਰਿਹਾ ਹੁੰਦਾ, ਅਸੀਂ ਆਪਣੀਆਂ ਗੱਲਾਂ ਕਰ ਰਹੇ ਹੁੰਦੇ। ਕੀ ਇਮਾਨਦਾਰੀ ਨਾਲ ਜਵਾਬ ਦਿਓ। ਤੁਹਾਡੇ 'ਚੋਂ ਕੋਈ ਟੀਚਰ ਵੀਰ ਬੈਠਾ ਹੋਵੇ, ਜਦੋਂ ਕਲਾਸ ਵਿੱਚ ਟੀਚਰ ਪੜ੍ਹਾ ਰਿਹਾ ਹੋਵੇ, ਵਿਦਿਆਰਥੀ ਆਪਸ ਵਿੱਚ ਗੱਲਾਂ ਕਰ ਸਕਦੇ ਨੇ? ਆਗਿਆ ਹੈਗੀ ਭਲਾ? ਉੱਚੀ ਬੋਲੋ ਸਾਧ ਸੰਗਤ ਜੀ। ਬੱਚੇ ਨੂੰ ਆਪਸ ਵਿੱਚ ਗੱਲ ਕਰਨ ਦੀ ਆਗਿਆ ਹੈਗੀ ਜਦੋਂ ਟੀਚਰ ਕਲਾਸ ਲਾ ਰਿਹਾ ਹੋਵੇ? ਨਹੀਂ ਹੈਗੀ ਨਾ। ਉਹ ਕਹਿੰਦਾ ਵੀ ਜਦੋਂ ਮੈਂ ਪੜ੍ਹਾ ਰਿਹਾ ਤੁਹਾਡਾ ਧਿਆਨ ਮੇਰੇ ਵੱਲ ਹੋਣਾ ਚਾਹੀਦਾ। ਜਦੋਂ ਕੋਈ ਵਿਦਿਆਰਥੀ ਆਪਸ ਵਿੱਚ ਗੱਲਬਾਤ ਕਰੇਗਾ, ਟੀਚਰ ਦਾ ਧਿਆਨ ਇੱਕ ਹੋਣਾ ਹੀ ਨਹੀਂ, ਉਹ ਪੜ੍ਹਾ ਹੀ ਨਹੀਂ ਪਾਏਗਾ। ਇਦਾਂ ਹੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਵਿਚਾਰਾਂ ਹੋ ਰਹੀਆਂ ਨੇ, ਉਦੋਂ ਆਪਸ ਵਿੱਚ ਗੱਲਾਂ ਬਾਤਾਂ ਕਰਨ ਤੋਂ ਸਾਨੂੰ ਸੰਕੋਚ ਕਰਨਾ ਚਾਹੀਦਾ। ਜਦੋਂ ਵੀ ਕਿਸੇ ਗੁਰਦੁਆਰੇ ਸਾਹਿਬ ਜਾਓ, ਜਦੋਂ ਅਸੀਂ ਆਪਣਾ ਜੋੜਾ ਉਤਾਰਦੇ, ਕਿਸੇ ਗੁਰਦੁਆਰੇ ਜਾਓ, ਕਿਸੇ ਦੇ ਘਰ ਜਾਓ, ਕਿਸੇ ਵੀ ਫੰਕਸ਼ਨ 'ਚ ਜਾਓ, ਜਦੋਂ ਜੋੜਾ ਉਤਾਰਨਾ ਉਦੋਂ ਆਪਣੇ ਮੋਬਾਈਲ ਦੀ ਰਿੰਗ ਬੰਦ ਕਰ ਦਿਓ। ਇਹ ਮੁੱਢਲਾ ਅਸੂਲ ਹੈ ਸਾਡਾ। ਗੁਰੂ ਦਰਬਾਰ ਦੇ ਅੰਦਰ ਮੋਬਾਈਲ ਦੀ ਰਿੰਗ ਵੱਜਣੀ ਗੈਰ ਜ਼ਿੰਮੇਵਾਰੀ ਦਾ ਅਹਿਸਾਸ ਹੈ। ਮੈਂ ਉਸ ਨੂੰ ਜ਼ਿੰਮੇਵਾਰ ਇਨਸਾਨ ਨਹੀਂ ਸਮਝਦਾ। ਮਾਫ ਕਰਨਾ, ਭਾਵੇਂ ਉਮਰ 'ਚ ਭਾਵੇਂ 70 ਸਾਲ ਵੀ ਪਾਰ ਕਰ ਗਿਆ ਹੋਵੇ ਜਾਂ ਕਰ ਗਈ ਹੋਵੇ, ਜ਼ਿੰਮੇਵਾਰ ਇਨਸਾਨ ਨਹੀਂ, ਉਹਨੂੰ ਪਤਾ ਨਹੀਂ। ਕਿਸੇ ਅਦਾਲਤ ਵਿੱਚ
मोबाइल की रिंग वाजा तो अफसर तोहीन मनता अपनी। तुसीं SSP नूं मिलण जाओ, पहली गल तो कहते मोबाइल अपने बाहर जमा करो। इदां हुंदा कि नहीं? क्यों साध संगत जी? वो कहते अफसर के सामने मोबाइल की रिंग वजना अफसर के टाइम की बेकदरी। इहदा अर्थ तुसीं उहदे टाइम का अपमान कीता है। इदां ही जिहड़ा गुरु दरबार है, इत्थे जदों आउणा पूरा मन टिकाच होवे, पूरा मन एकागर होवे। इहो वजह सालां बधी आउण तो बाद भी मनुख खाली दा खाली क्यों है? क्योंकि मनुख गुरु कोलों सिੱਖਣ आया ही नहीं। इहो वजह मैं इहो वजह मनदा भी इत्थे आण के भी अपनियां गल्लां करी जाणियां ने, इत्थे आण के भी अपनियां गल्लां। जे गुरु कोल भी आण के अपनियां ही गल्लां करनियां ने ते फिर गुरु दा उपदेश दा मतलब की रह गया? इत्थों तो जो असीं घर जाइए सानू कोई घर दे पुछना अज उत्थों सिੱਖ के की आया। जिवें तुसीं अपने बच्चे नूं पुछदे हो ना आउंदिआं, पुੱਤ अज मैथ पढ़ के आया, अज इंग्लिश पढ़ के आया, पुੱਤ जो पढ़ के आया मैनूं दस की पढ़िआ तूं। पुछदे जे बच्चिआं नूं पुछदे आं आपां भी मेरा पुੱਤ की पढ़ के आया। जे इदां ही बच्चे सानू पुछण लग पैण भी तुसीं गुरुद्वारे गए जे, तुसीं फलाणे समागम च गए जे, उत्थों तुसीं की सिੱਖ के आए जे। तो जे असीं सुनिया होएगा जाके दो चार गल्लां दस देवांगे। भाई साहब ने आ शब्द पढ़िया सी, उत्थे आ कथा विचार होई सी, इदां उत्थे प्यारे बच्चों ने कविता गाई सी, कुछ ना कुछ जाके दसोगे। तो खैर साध संगत आपां गुरु अर्जन साहब दा हुणे शब्द पढ़िया, तीन गल्लां ते चेते रखियो ना घर जांदियां तक। किहड़ियां किहड़ियां? बाकी गल्लां तुसीं किन्नियां चेते रखदे हो, इह तुहाडे ते डिपेंड करदा है। पहली गल शब्द गुरु अर्जन साहब दा है, राग आसा है ते गुरु ग्रंथ साहब का अंक है 385। ये तीन गल्लां ते चेते रह जाणगियां। जे तुहानूं कोई पुछे अज किहड़े शब्द की विचार होई, तुसीं घर जाके दसोगे भी 385 अंक है गुरु ग्रंथ साहब का, राग आसा है ते शब्द गुरु बोलो जी गुरु अर्जन साहब जी का। तीन गल्लां मुढ़लियां हो गईयां। हुण इह तों अगे आपां विचार करनी है शब्द की। इस तो बाद ये चौथी गल आरंभ होनी है। शब्द की विचार आरंभ करन तो पहला सब तो पहला आपां रहाओ दा बंद पढ़ना है। रहाओ दा अर्थ हुंदा है, रहाओ दा अर्थ है ठहर, रोक। इस बंद नूं दो बार पढ़। रहाओ दा अर्थ तुहाडे च कई ग्रंथी सिंह, पाठी सिंह, कई सूझवान साडे वीर भैणां बैठियां होणगे जिन्हां ने गुरु ग्रंथ साहब अपनी जिंदगी च आप पढ़िया होएगा। जदों गुरु ग्रंथ साहब के शब्दों में रहाओ हुंदा है, रहाओ दा अर्थ है ठहर, रोक। भाव इस शब्द इस बंद नूं दो बार पढ़। शब्द का केंद्री भाव है, शब्द का सार अंश है, शब्द का निचोड़ है। शब्द के रहाओ के बंद की समझ आ गई, बाकी बंद समझने सौखे हो जाते हैं। हुण रहाओ का बंद की है? ऐसा करो विचार ज्ञानी। की कह रहे हैं महाराज? ऐसा करो विचार। दुनिया का कोई भी मसला है ना वो विचार ते आण के मुकदा है। तुसीं वेखो जिन्नियां मर्जी लड़ाइयां हो जाण मगरों विचार ते होना। किसानी मुद्दा है, मुकना विचार ते ही है। जां प्रैशर पवे भी केंद्र सरकार अपना अपने आप नूं निवाले, निबड़ नहीं आण के इदां टेबल ते ही है। क्यों इदां ही है जी? तुहाडी किसी पिंड विच किसी नाल लड़ाई हो जाए, भरा भरा दी हो जाए, किसी दूजे रिश्तेदार ना हो जाए, जिन्नी मर्जी झगड़ा वज है, पर अखीर आण के विचार ते निबड़ना भी भाई इन्ना तुहानूं हरजाना भरना पैना, अगले का इन्ना नुकसान होया। परे पंचायत बह जाए, कोई रिश्तेदार विच पै जाए, हर मसले का हल विचार है। इदां बैठ के लड़ाइयां मसले का हल बोलो जी कदी भी नहीं होया करदियां। विचार पति पत्नी दी नहीं बनती, भैन भरा दी नहीं बनती, भरा भरा दी नहीं बनती, ताए दे पुत दी चाचे पुत नाल नहीं बनती। जिन्ना मर्जी कोर्ट कचहरियां तक मसला चल जाए, पर अखीर आण के निबड़ेगा विचार ते। इदां परे पंचायत बैठेगी, गलबात होएगी, भी छड्डो परां नहीं तुहाडी बनदी, पासे हो जाओ, विचार हो गए। गुरु अर्जन साहब महाराज कहते ने इदां दी विचार करो। किदां दी महाराज? विचार ते सारे करदे, चोर भी ते विचार करके चोरी करदा है। विचार विचार च भी फर्क है। ਜਦੋਂ ਕਿਸੇ ਨਾਲ ਕੋਈ ਠੱਗੀ ਮਾਰਦਾ ਉਦੋਂ ਵੀ ਵਿਚਾਰ ਹੀ ਕਰਦਾ, ਜਦੋਂ ਕਿਸੇ ਨਾਲ ਧੋਖਾ ਕਰਦਾ ਉਦੋਂ ਵੀ ਵਿਚਾਰ ਹੀ ਕਰਦਾ। ਜਦੋਂ ਕੇਂਦਰ ਨੇ ਬਿੱਲ ਪਾਸ ਕੀਤੇ ਅਕਸਰ ਤੇ ਉਹਨਾਂ ਵਿਚਾਰ ਕੀਤੀ ਹੋਗੀ, ਭਾਵੇਂ ਆਪਣਿਆਂ ਨਾਲ ਹੀ ਕੀਤੀ ਹੈ। ਉਹ ਬੋਲੋ ਪਿਆਰਿਓ, ਭਾਵੇਂ ਉਹਨਾਂ ਨੇ ਆਪਣਿਆਂ ਨਾਲ ਹੀ ਕੀਤੀ ਹੈ, ਵਿਰੋਧੀ ਧਿਰ ਦੀ ਗੱਲ ਨਹੀਂ ਸੁਣੀ, ਪਰ ਵਿਚਾਰ ਤੇ ਕੀਤੀ ਹੋਏਗੀ ਨਾ। ਅਕਸਰ ਕੱਲੇ ਦਾ ਫੈਸਲਾ ਤੇ ਹੋਏਗਾ ਨਹੀਂ, ਦੋਹਾਂ ਦਾ। ਜਦੋਂ ਦੋਹਾਂ ਦਾ ਹੈਗਾ ਮਤਲਬ ਵਿਚਾਰ ਹੋਈ ਹੈ, ਤਿੰਨਾਂ ਦਾ ਹੋਇਆ ਤਾਂ ਵੀ ਵਿਚਾਰ ਹੋਈ ਹੈ, ਚੌਂ ਦਾ ਹੋਇਆ ਤਾਂ ਵੀ ਵਿਚਾਰ ਹੋਈ ਹੈ।
ਜਦੋਂ ਕੱਲਾ ਬੰਦਾ ਆਪਣਾ ਹੁਕਮ ਲਾਗੂ ਕਰਦਾ ਉੱਥੇ ਆਪਾਂ ਕਹਾਂਗੇ ਇਹਨੇ ਵਿਚਾਰਿਆ ਨਹੀਂ, ਪਰ ਫਿਰ ਵੀ ਉਹਨੇ ਵਿਚਾਰ ਕੀਤੀ ਕਿਹਦੇ ਨਾਲ? ਆਪਣੇ ਆਪ ਨਾਲ। ਗੱਲ ਫਿਰ ਆ ਗਈ ਵਿਚਾਰ ਤੇ। ਮੰਨ ਲਓ ਜੇ ਕੇਂਦਰ ਨੇ ਤਿੰਨੇ ਕਾਲੇ ਕਾਨੂੰਨ ਪਾਸ ਕੀਤੇ ਆ, ਇਹਨੂੰ ਆਪਾਂ ਇਹ ਕਹਾਂਗੇ ਵੀ ਉਹਨਾਂ ਨੇ ਵਿਚਾਰ ਕੀਤੀ ਕਿਹਦੇ ਨਾਲ? ਭਾਵੇਂ ਆਪਣੇ ਆਪ ਨਾਲ ਕੀਤੀ ਹੈ। ਧਿਆਨ ਨਾਲ ਸੁਣੋ, ਵਿਚਾਰ ਹਰ ਬੰਦਾ ਕਰਦਾ। ਜਦੋਂ ਕਿਸੇ ਘਰ ਕੋਈ ਚੋਰੀ ਕਰਨ ਜਾਂਦਾ ਉਹ ਵੀ ਵਿਚਾਰ ਕੇ ਜਾਂਦਾ, ਇੰਨੇ ਵਜੇ ਸੁੱਤੇ ਹੋਣਗੇ, ਇੰਨੇ ਵਜੇ ਘਰ ਨਹੀਂ ਹੋਣਗੇ। ਹੁਣ ਵਿਚਾਰ 'ਚ ਫਰਕ ਹੈ, ਤੁਸੀਂ ਕਿਹੜੀ ਕਰਨੀ ਹੈ। ਜਦੋਂ ਕਿਸੇ ਨਾਲ ਕਤਲ ਕਰਨਾ ਉਹ ਵੀ ਵਿਚਾਰ ਨਾ ਹੋਣਾ ਹੈ, ਜਦੋਂ ਕਿਸੇ ਦਾ ਭਲਾ ਕਰਨਾ ਹੈ ਉਹ ਵੀ ਵਿਚਾਰ ਨਾ ਹੋਣਾ। ਇਹਦਾ ਮਤਲਬ ਵਿਚਾਰ ਚੰਗੀ ਵੀ ਹੈ ਤੇ ਵਿਚਾਰ, ਸਾਰੇ ਬੋਲੋ ਪਿਆਰਿਓ, ਵਿਚਾਰ ਮਾੜੀ ਵੀ ਹੈ। ਵਿਚਾਰ ਚੰਗੀ ਵੀ ਹੈ ਤੇ ਵਿਚਾਰ ਮਾੜੀ ਵੀ ਹੈ। ਆ ਵੀ ਵਿਚਾਰ ਹੈ ਕਿ ਮੈਂ ਆਪਣੇ ਭਰਾ ਦਾ ਨੁਕਸਾਨ ਨਹੀਂ ਕਰਨਾ, ਜੋ ਮਰਜ਼ੀ ਹੋ ਜਾਏ, ਮੈਨੂੰ ਜ਼ਮੀਨ ਅੱਧਾ ਮਰਲਾ ਘੱਟ ਆ ਜਾਏ, ਮੈਂ ਆਪਣੇ ਭਰਾ ਨਾਲ ਧੋਖਾ ਨਹੀਂ ਕਰਨਾ। ਇਹ ਵੀ ਵਿਚਾਰ ਹੈ। ਇਹ ਵੀ ਵਿਚਾਰ ਹੈ ਰਿਸ਼ਤੇਦਾਰ ਨੂੰ ਕਹਿਣਾ, ਵੇਖ ਮਾੜੀ ਉਹਨੂੰ ਦਵਾ ਦੇ ਤੇ ਚੰਗੀ ਮੈਨੂੰ ਦਵਾ ਦੇ, ਜਲ ਪਾਣੀ ਤੇਰਾ ਅੱਗੇ ਤੁਸੀਂ ਬੋਲਦੇ ਹੋ ਮੈਂ ਕਰ ਦੂੰਗਾ। ਇਹ ਵੀ ਵਿਚਾਰ ਹੀ ਹੈ। ਹੁਣ ਇੱਕ ਵਿਚਾਰ ਹੈ ਕਿਸੇ ਨੂੰ ਧੋਖਾ ਦੇਣ ਵਾਲੀ, ਇੱਕ ਵਿਚਾਰ ਹੈ ਕਿਸੇ ਨੂੰ ਭਲਾ ਕਰਨ ਵਾਲੀ। ਹੁਣ ਮਹਾਰਾਜ ਕਹਿੰਦੇ ਜੇ ਵਿਚਾਰ ਕਰਨ ਤੇ ਆਏ, ਹੁਣ ਵਿਚਾਰ ਪਰਿਵਾਰਾਂ ਇਸੇ ਨੂੰ ਆਖਿਆ ਸੀ ਹੋਏ ਇਕੱਤਰ, ਮਿਲੋ ਮੇਰੇ ਭਾਈ। ਅੱਗੇ ਕੀ ਭਲਾ? ਦੁਬਦਾ ਕੀ ਹੁੰਦੀ ਹੈ? ਡਬਲ ਮਾਈਂਡਡ ਹੋਣਾ। ਕਿਸੇ ਪਰਿਵਾਰ ਚ ਲੜਾਈ ਹੈ ਉਹ ਵੀ ਦੁਬਦਾ ਕਾਰਨ ਹੈ। ਦੁਬਦਾ ਹੀ ਹੈ। ਹੁਣ ਜਿਹੜਾ ਕੇਂਦਰ ਕਹਿੰਦਾ ਵੀ ਇਹ ਬਿੱਲ ਤੁਹਾਡੇ ਹੱਕ ਵਾਸਤੇ, ਸਾਨੂੰ ਨਹੀਂ, ਅਸੀਂ ਸਹਿਮਤ। ਡਬਲ ਮਾਈਂਡਡ ਹੋਇਆ ਨਾ ਕੰਮ। ਉਹ ਕਹਿੰਦੇ ਆ ਬਿੱਲ ਤੁਹਾਡੇ ਹੱਕ ਚ ਆ, ਕਿਸਾਨ ਕਹਿੰਦੇ ਸਾਡੇ ਬਿੱਲ ਹੱਕ ਚ ਨਹੀਂ ਹੈਗੇ। ਉਹ ਕਹਿੰਦੇ ਫਿਰ ਬਹਿ ਕੇ ਵਿਚਾਰ ਕਰ ਲਓ, ਸਾਨੂੰ ਸਮਝਾ ਦਿਓ ਕਿੱਦਾਂ ਸਾਡੇ ਹੱਕ ਚ। ਕਿਉਂ ਭਾਈ? ਇਦਾਂ ਹੀ ਹੈ। ਆਪਣੇ ਇਹੋ ਕਹਿੰਦੇ ਕਿਸਾਨ ਜਥੇਬੰਦੀਆਂ ਇਹ ਕਹਿੰਦੀਆਂ, ਭਾਵੇਂ ਹਰਿਆਣੇ ਦੀਆਂ ਭਾਵੇਂ ਪੰਜਾਬ ਦੀਆਂ, ਉਹ ਕਹਿੰਦੀਆਂ ਸਾਨੂੰ ਬਹਿ ਕੇ ਸਮਝਾ ਦਿਓ ਭਾਈ ਵੀ ਕਿੱਦਾਂ ਸਾਡੇ ਹੱਕ ਵਿੱਚ ਨੇ, ਸਾਨੂੰ ਸਮਝ ਆ ਜਾਏ। ਨਹੀਂ ਤੇ ਕਿਹਦਾ ਰਜਾਈਆਂ 'ਚ ਸੌਣ ਨੂੰ ਜੀ ਨਹੀਂ ਕਰਦਾ ਸਰਦੀਆਂ ਦੇ ਵਿੱਚ। ਰਾਤ ਅਸੀਂ ਉੱਥੇ ਦੁਰਾਏ ਸੀ, ਐ ਠਰੂ ਕਰਦੇ ਬਜ਼ੁਰਗ 70-80 ਸਾਲ ਦੇ। ਕਿਹਦਾ ਜੀ ਨਹੀਂ ਕਰਦਾ ਆਪਣੇ ਪਰਿਵਾਰਾਂ 'ਚ ਬਹਿਣ ਨੂੰ? ਤੇ ਜਿਨ੍ਹਾਂ ਨੇ ਕਰਨਾ ਕੱਖ ਨਹੀਂ, ਉਹ ਰਜਾਈਆਂ 'ਚ ਬਹਿ ਕੇ ਨਾਲੇ ਮੂੰਗਫਲੀ ਚੱਬੀ ਜਾਂਦੇ ਆ। ਉਹ ਤੇ ਵਿਹਲਿਆਂ ਦਾ ਕੰਮ ਹੈ। ਆਪਣੇ ਦੇ 2 ਨਿਆਣੇ ਬਾਹਰ ਚਲੇ ਗਏ, ਆਪਾਂ ਇੱਥੇ ਕਰਨਾ। ਉਹ ਬੋਲੋ ਪਿਆਰੇ, ਇਹ ਸੋਚ ਚੰਗੀ ਭਲਾ? ਆਪਣਾ ਤਾਂ ਜਵਾਈ ਧੀ ਵੀ ਬਾਹਰ ਆ, ਆਪਣਾ ਤਾਂ ਪੁੱਤ ਵੀ ਬਾਹਰ ਆ, ਆਪਾਂ ਇੱਥੇ ਕੀ ਕਰਨਾ? ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਏਦਾਂ ਸੋਚਦੇ, ਮੰਨ ਲਓ ਏਦਾਂ ਸੋਚਦੇ ਵੀ ਮੇਰੇ ਤੇ 4 ਸਾਹਿਬਜ਼ਾਦੇ ਬੜੇ ਲਾਇਕ ਨੇ, ਪਹਾੜੀ ਰਾਜੇ ਮੇਰੇ ਸਾਹਮਣੇ ਪ੍ਰਸ਼ਾਦੀ ਹਾਥੀ ਭੇਟ ਕਰ ਰਹੇ ਆ, ਵਧੀਆ ਭੇਟਾਵਾਂ ਲੈ ਕੇ ਆ ਰਹੇ ਆ, ਮੈਨੂੰ ਇਹਨਾਂ ਦੇ ਬਦਲੇ ਆਨੰਦਪੁਰ ਛੱਡਣ ਦੀ ਕੀ ਲੋੜ ਪਈ ਹੈ? ਬੋਲਿਓ ਪਿਆਰਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੇ ਕੋਈ ਨਿੱਜੀ ਕੰਮ ਕਰਕੇ ਕੋਈ ਪਰੇਸ਼ਾਨੀ ਸੀ? ਉਸ ਵਕਤ ਦੇ ਰਾਜੇ ਤਾਂ ਵੱਡੇ ਨਜ਼ਰਾਨੇ ਭੇਟ ਕਰ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ। ਸਭ ਤੋਂ ਇਨਸਾਨ ਉਹ ਘਟੀਆ ਕਿਰਦਾਰ ਦਾ ਹੁੰਦਾ ਜਿਹੜਾ ਸਿਰਫ ਆਪਣਾ ਸੋਚਦਾ ਹੈ। ਪਰਿਵਾਰਾਂ 'ਚ ਵੀ ਤੁਸੀਂ ਨੋਟ ਕਰਿਓ, ਪਰਿਵਾਰਾਂ 'ਚ ਵੀ ਖੇਰੂ ਪਰਿਵਾਰ ਕਦੋਂ ਹੁੰਦਾ? ਜਿਹੜਾ ਪਰਿਵਾਰ 'ਚ ਇੱਕ ਜੀ ਸਵਾਰਥੀ ਹੋਵੇ ਨਾ, ਸਾਰੇ ਪਰਿਵਾਰ ਦਾ ਸਤਿਆਨਾਸ਼ ਮਰਾਂਦਾ। ਜੇ ਉਹ ਆਪਣਾ ਦਾਅ ਤੇ ਹੋਵੇ, ਮੇਰੇ ਨਿਆਣੇ ਵਿਆਹੀ ਜਾਣੇ ਆ, ਇੱਕ ਵਾਰੀ ਸੈੱਟ ਸੁੱਟ ਹੋ ਜਾਣਾ, ਮੁੜ ਕੇ ਮੈਂ ਮਾਰ ਕੇ ਠਿੱਬੀ ਵਿੱਚੋਂ ਅੱਗੇ ਬੋਲੋ। ਮੈਨੂੰ ਪਤਾ ਤੁਹਾਡੇ 'ਚ ਇਦਾਂ ਦਾ ਕੋਈ ਨਹੀਂ ਬੈਠਾ। ਇਹ ਤੇ ਕਥਾ ਦੂਜਿਆਂ ਲਈ ਆ, ਇਹ ਤੇ ਕਥਾ ਦੂਜਿਆਂ ਲਈ ਹੈ। ਵੀ ਆਮ ਬੰਦੇ ਦੇ ਹੁੰਦੇ ਨਾ, ਵੀ ਜਾਂ ਜੇ ਦਰਾਣੀ ਦੇ ਦਿਮਾਗ 'ਚ ਆਇਆ, ਜਠਾਣੀ ਦੇ ਦਿਮਾਗ 'ਚ ਆ ਗਿਆ, ਸਾਰਿਆਂ ਤੇ ਨਹੀਂ ਗੱਲਾਂ ਟੁਕਦੀਆਂ। ਜਿਨ੍ਹਾਂ ਟੁਕਦੀਆਂ ਟਿਕਾਇਓ ਜ਼ਰੂਰ ਜੇ ਸੱਦਿਆ ਏ ਤੇ। ਆਮ ਕਈ ਵਾਰੀ ਪਰਵਾਨਾ ਨਹੀਂ ਹੁੰਦਾ ਵੀ ਮਿੱਠੇ ਪਿਆਰੇ ਰਹੋ, ਏਦਾਂ ਕਈ ਕਹਿਣਗੇ ਵੀ ਹੁਣ ਤੇ ਚਾਚੇ ਨਾਲ ਮਿੱਠਾ ਰਹਿ, ਬਾਅਦ 'ਚ ਭਾਵੇਂ ਕੋਠਿਓਂ ਛਾਲ ਮਰਾ ਦੀ ਉਹਦੀ। ਕਈ ਏਦਾਂ ਕਹਿਣਗੇ। ਸਭ ਤੋਂ ਖਤਰਨਾਕ ਇਹ ਗੱਲ ਹੈ ਜਿਹੜੀ ਕਹਿਣਾ ਹੁਣ ਦਾਦੇ ਨਾਲ ਮਿੱਠੇ ਰਹਿ, ਹੁਣ ਦਾਦੀ ਨਾਲ ਮਿੱਠੀ ਰਹਿ। ਇਹਦਾ ਅਰਥ ਤੁਸੀਂ ਇਨਸਾਨ ਦੀ ਕਦਰ ਨਹੀਂ ਕਰਦੇ, ਉਤੋਂ ਕੁਝ ਲੈਣਾ ਹੈ। ਪੁੱਤ ਚਾਚੇ ਨਾਲ ਮਿੱਠਾ ਰਿਹਾ ਕਰ, ਪੁੱਤ ਤਾਏ ਨਾਲ ਮਿੱਠਾ ਰਿਹਾ ਕਰ, ਪੁੱਤ ਭੂਆ ਫੁੱਫੜ ਨਾਲ ਮਾਮੇ ਨਾਲ, ਜਿੱਤੋਂ ਕੁਝ ਉਹ ਬੋਲੋ ਪਿਆਰਿਓ ਲੈਣਾ ਹੈ। ਇਹ ਚੀਜ਼ਾਂ ਨੇ ਦੁਨੀਆ ਨੂੰ ਪਸ਼ੂਆਂ ਦੀ ਕਤਾਰ ਤੋਂ ਵੀ ਥੱਲੇ ਖੜਾ ਕਰਤਾ। ਇਹਨਾਂ ਗੱਲਾਂ ਨੇ ਪਸ਼ੂ ਵੀ ਇੰਜ ਨਹੀਂ ਕਰਦੇ। ਇਸੇ ਗੱਲ ਨੂੰ ਵੇਖ ਕੇ ਤੇ ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪਿਆ ਸੀ, ਪਸ਼ੂ ਮਿਲੇ ਚੰਗਿਆਈਆਂ। ਪਸ਼ੂ ਤੇ ਬੜਾ ਹੀ ਚੰਗਾ, ਕਮ ਸੇ ਕਮ ਉਹ ਸਵਾਰਥ ਵਾਸਤੇ ਤੇ ਨਹੀਂ ਕਿਸੇ ਨੂੰ ਵਰਤਦਾ। ਪਸ਼ੂ ਮਿਲੇ ਚੰਗਿਆਈਆਂ। ਅੱਗੇ ਕੀ ਭਲਾ? ਜਿਹਨਾਂ ਨੂੰ ਆਉਂਦੀ ਬਾਣੀ ਪੜੋ ਭਲਾ। ਖਾੜ ਕਹਿੰਦੇ ਸੁੱਕਾ ਘਾਹ,
ਖੜ ਖਾਵੇਂ ਅੰਮ੍ਰਿਤ ਦੇ, ਸੁੱਕਾ ਘਾਹ ਖਾ ਕੇ ਤੇ ਸਵੇਰੇ ਬਾਲਟੀ ਦੁੱਧ ਹੀ ਭਰ ਦਿੰਦੇ ਆ। ਨਾਮ ਵੀ ਹੋਣੇ ਆਦਮੀ, ਨਾਮ ਦਾ ਅਰਥ ਕੀ ਹੈ? ਕਿਰਦਾਰ ਤੋਂ ਸਖਣੇ ਬੰਦੇ, ਜਿਹੜੇ ਗਰਜ ਬਦਲੇ ਕਿਸੇ ਦੀ ਵਰਤੋਂ ਕਰਦੇ ਆ। ਨਾਮ ਵੀ ਹੋਣੇ ਆਦਮੀ, ਧ੍ਰਿਗ ਜੀਵਨ ਕਰਮ ਕਰੇ। ਮਹਾਰਾਜ ਕਹਿੰਦੇ ਲਾਹਨਤ ਐਸੇ ਜੀਵਨ ਤੇ ਜਿਹੜਾ ਬੰਦਾ ਕਿਸੇ ਨਾਲ ਸਿਰਫ ਉਦੋਂ ਤੱਕ ਮਿੱਠਾ ਬੋਲਦਾ ਜਦੋਂ ਤੱਕ ਉਹਨੂੰ ਉਹਦੀ ਪਰਿਵਾਰਾਂ ਚ ਇੰਝ ਹੀ ਹੁੰਦਾ। ਕਈ ਵਾਰੀ ਕਹਿਣਗੇ ਉਦੋਂ ਤੱਕ ਮਿੱਠਾ ਮਿੱਠਾ ਬੋਲੋ ਜਦੋਂ ਤੱਕ ਇਹਨੂੰ ਤੁਹਾਡੀ ਜਾਂ ਜ਼ਰੂਰਤ ਹੈ। ਕਈ ਵਾਰੀ ਦਾਦੀ ਦੇ ਕੋਲ ਵੀ ਪੈਨਸ਼ਨ ਆਉਂਦੀ ਹੈ, ਦਾਦੀ ਕੋਲ ਪੁੱਤ ਗੋਡੇ ਘੁੱਟ ਲਿਆ ਕਰੋ। 1 ਤਰੀਕ ਤੋਂ ਲੈ ਕੇ 8-9 ਤਰੀਕ ਤੱਕ ਗੋਡੇ ਘੁੱਟਿਆ ਕਰੋ ਜਦੋਂ ਤੱਕ ਉਹ ਪੈਸੇ ਕਢਾਉਂਦੀ ਨਹੀਂ। ਫਿਰ 9-10 ਤਰੀਕ ਤੋਂ ਲੈ ਕੇ ਫਿਰ 30 ਤਰੀਕ ਤੱਕ ਭਾਵੇਂ ਜਿੱਦਾਂ ਮਨ ਮਰਜ਼ੀਆਂ ਕਰਿਓ, 1 ਤੋਂ ਫਿਰ ਮਿੱਠੇ ਹੋ ਜਿਓ। ਹੁਣ ਜਿਨ੍ਹਾਂ ਤੇ ਇੱਕ ਅੱਧੇ ਤੇ ਕਿਤੇ ਗੱਲ ਲੱਗਦੀ ਉਹਨੇ ਕਹਿਣਾ ਆਹ ਬੰਦਾ ਕਿੱਥੋਂ ਸੱਦਿਆ ਸੀ, ਇਹੋ ਜਿਹੇ ਬੰਦੇ ਇਹਨਾਂ ਸਮਾਗਮਾਂ 'ਚ ਨਹੀਂ ਸੱਦੀ ਦੇ ਹੁੰਦੇ। ਤੋ ਗੁਰੂ ਪਿਆਰਿਓ, ਸਚਾਈ ਇਹ ਆ ਵੀ ਸਾਨੂੰ ਮਿੱਠਾ ਪਸੰਦ ਹੈ ਜ਼ਿਆਦਾ। ਵੈਸੇ ਬਣਦਾ ਇੱਕ ਵਾਕ ਹੈ, ਮਿੱਠਾ ਸੋ ਜੋ ਭਾਂਵਦਾ। ਪੜੋ ਵਾਕ, ਮਿੱਠਾ ਸੋ। ਤੁਸੀਂ ਬਾਜ਼ਾਰ ਜਾਂਦੇ ਹੋ, ਫਰੂਟ ਆਪਾਂ ਜਾਂਦੇ ਪੁੱਛਦੇ ਅੰਬ ਮਿੱਠੇ ਆ, ਸੇਬ ਮਿੱਠੇ ਆ, ਏਦਾਂ ਪੁੱਛਦੇ ਆਪਾਂ। ਭਲਾ ਸਾਰਿਆਂ ਨੂੰ ਮਿੱਠਾ ਚੰਗਾ ਲੱਗਦਾ? ਸ਼ੂਗਰ ਵਾਲੇ ਨੂੰ ਪੁੱਛ ਕੇ ਵੇਖੋ ਭਲਾ, ਉਹ ਕੀ ਆਂਦਾ? ਚਾਹ ਫਿੱਕੀ ਬਣਾਇਓ। ਪੁਰਾਣਾ ਸਮਾਂ ਹੁੰਦਾ ਸੀ ਜਦੋਂ ਭਰਾ ਨੇ ਕਿਤੇ ਮੇਲ ਲਾਉਣਾ ਭੈਣ ਨੂੰ, ਤੇ ਉਹਨੇ ਕਿਤੇ ਮਤਲਬ ਇਹ ਭਾਵੇਂ ਸਾਡੇ ਕਲਚਰ ਦੇ ਗਾਣੇ ਸੀ ਵੀ ਸੱਸੇ ਤੇਰੀ ਮੱਝ ਮਰ ਜੇ ਮੇਰੇ ਵੀਰ ਨੂੰ ਸੁੱਕੀ ਖੰਡ ਪਾਈ। ਵੀ ਤੂੰ ਸੁੱਕੀ ਖੰਡ ਹੀ ਦੇਤੀ, ਮੱਝਾਂ 15 ਵੱਜੀਆਂ, ਤੂੰ ਵਿੱਚ ਘਿਓ ਦੇ 2 ਚਮਚੇ ਪਾ ਦਿੰਦੀ। ਭਲਾ ਅੱਜ ਦੇ ਜ਼ਮਾਨੇ 'ਚ ਇਹ ਗਾਣਾ ਢੁਕੂ? ਉਹ ਤੇ ਸ਼ੂਗਰ ਵਿਚਾਰਾ ਘਰੋਂ ਚੈੱਕ ਕਰਕੇ ਆਇਆ। ਉਹ ਬੋਲੋ ਭਾਈ, ਉਹ ਤੇ ਸਵੇਰੇ ਇੰਜੈਕਸ਼ਨ ਲਾਉਂਦਾ ਪਹਿਲਾਂ ਸ਼ੂਗਰ ਦਾ, ਵੀ ਮੈਨੂੰ ਤੇ ਖਾਣਾ ਜਿਹੜਾ ਵਾ ਉਹ ਮੈਂ ਮਿੱਠਾ ਪਸੰਦ ਹੀ ਨਹੀਂ ਮੈਨੂੰ। ਬਾਣੀ ਦਾ ਵਾਕ ਹੈ, ਮਿੱਠਾ ਉਹ ਜਿਹੜਾ ਤੁਹਾਡੇ ਸਰੀਰ ਨੂੰ ਫਿੱਟ ਬਵੇ, ਤੇ ਸੱਜਣ ਉਹ ਜਿਹੜਾ ਤੁਹਾਨੂੰ ਰਾਸ ਆ ਜਾਏ। ਜਿਹੜਾ ਤੁਹਾਡੇ ਲੋੜ ਪੈਣ ਤੇ ਸੱਜਣ ਕੰਮ ਹੀ ਨਹੀਂ ਆਇਆ, ਤੁਸੀਂ ਇਹੋ ਜਿਹੇ ਸੱਜਣ ਤੋਂ ਲੈਣਾ ਕੀ ਭਲਾ? ਦੱਸਿਓ ਜੀ। ਮੈਂ ਕਹਿੰਦਾ ਰਿਸ਼ਤੇਦਾਰ ਵੀ ਕਿਉਂ ਨਾ ਹੋਵੇ, ਜਿਹੜਾ ਤੁਹਾਡੀ ਮੁਸੀਬਤ ਵੇਲੇ, ਤੁਹਾਡੇ ਤੇ ਵਿਪਤਾ ਪੈਣ ਵੇਲੇ ਤੁਹਾਡਾ ਮਿੱਤਰ, ਤੁਹਾਡਾ ਦੋਸਤ ਤੁਹਾਡੇ ਨਾਲ ਨਹੀਂ ਖਲੋਤਾ। ਤੇ ਅੱਗੋਂ ਪਿੱਛੋਂ ਜਿੰਨਾ ਮਰਜ਼ੀ ਕਹੀ ਜਾਵੇ ਮੇਰਾ ਮਿੱਤਰ ਹੈ, ਮੇਰਾ ਭਰਾ ਹੈ, ਮੇਰਾ ਦੋਸਤ ਹੈ, ਪਰਖ ਦੀ ਘੜੀ ਜਦੋਂ ਆਉਂਦੀ ਹੈ ਤੇ ਬੰਦੇ ਦੇ ਉੱਤੇ ਮੁਸੀਬਤ ਆਉਂਦੀ ਹੈ, ਜਿਹੜਾ ਉਦੋਂ ਤੁਹਾਡੇ ਨਾਲ ਖਲੋਂਦਾ ਨਾ, ਅਸਲ 'ਚ ਮਰਦ ਦਲੇਰ ਹੀ ਉਹ ਹੁੰਦਾ। ਤੇ ਸੁੱਖ ਵੇਲੇ ਤੇ ਸਾਰੇ ਕਹਿੰਦੇ ਆ ਸੁੱਖ ਮੈਂ ਆਣ ਬਹੁਤ ਮਿਲ ਬੈਠਤ ਰਹਿਤ। ਜਦੋਂ ਪੁੱਤ ਬਾਹਰੋਂ ਆਇਆ ਹੋਵੇ, ਸਾਰਿਆਂ ਲਈ ਘੜੀਆਂ ਲੈ ਕੇ ਆਇਆ ਹੋਵੇ, ਕਿਸੇ ਲਈ ਮੋਬਾਈਲ ਲੈ ਕੇ ਆਇਆ, ਸਾਰੇ ਕਹਿੰਦੇ ਮੇਰਾ ਭਣੇਵਾ ਵਾ, ਮੇਰਾ ਭਤੀਜਾ ਵਾ, ਮੇਰਾ ਉਹ ਬੋਲੀ ਜਾ। ਹੁਣ ਸਾਰੇ ਰਿਸ਼ਤੇਦਾਰ ਜਿਹੜੇ ਜੋ ਹੁੰਦਾ ਸਾਡਾ ਸਮਾਜ ਬੋਲੀ ਜਾਂਦੇ ਆ, ਇਹ ਮੇਰਾ ਭਣੇਵਾ ਵਾ, ਇਹ ਮੇਰਾ ਭਤੀਜਾ ਵਾ, ਇਹ ਮੇਰੀ ਭਣੇਵੀਂ ਆ, ਮੇਰਾ ਏਦਾਂ ਵਾ। ਤੇ ਜਦੋਂ ਪਤਾ ਲੱਗੇ ਵੀ ਹੁਣ ਉਹਨਾਂ ਨੂੰ ਲੋੜ ਆ ਥੋੜੇ ਜਿਹੇ ਪੈਸੇ ਦੀ, ਹੁਣ ਕੀ ਆਂਦੇ? ਹੁਣ ਫੋਨ ਵੀ ਨਹੀਂ ਚੁੱਕਦੇ। ਅਸੀਂ ਤੇ ਇਹਨੂੰ ਜਾਣਦੇ ਹੀ ਨਹੀਂ। ਮੈਂ ਐਸੇ ਪਰਿਵਾਰ ਜ਼ਿੰਦਗੀ 'ਚ ਵੇਖੇ ਜਦੋਂ ਉਹਨਾਂ ਦਾ ਨਿਆਣਿਆਂ ਦਾ ਬਾਪ 4 ਪੈਸੇ ਕਮਾਉਂਦਾ ਸੀ, ਉਦੋਂ ਭੱਜ ਭੱਜ ਕੋਲ ਬਹਿੰਦੇ ਸੀ। ਸਮਾਂ ਐਸਾ ਆਇਆ, ਸਦਾ ਇੱਕੋ ਜਿਹੀ ਚੀਜ਼ ਨਹੀਂ ਰਹਿੰਦੀ। ਪੈਸਾ ਉਹ ਨਾ ਰਿਹਾ, ਸ਼ੌਹਰਤ ਉਹ ਨਾ ਰਹੀ। ਜਦੋਂ ਬੱਚਿਆਂ ਤੱਕ ਗੱਲ ਆਈ ਤੇ ਬੁਲਾਉਣਾ ਹਟ ਗਏ, ਹੌਲੀ ਹੌਲੀ ਕਹਿੰਦੇ ਪਰਾਂ ਹੋ ਗਏ। ਤੇ ਕਈ ਵਾਰੀ ਐਸਾ ਹੁੰਦਾ ਜਿਨ੍ਹਾਂ ਨੂੰ ਅਸੀਂ ਜਦੋਂ 4 ਪੈਸੇ ਹੁੰਦੇ, ਜਿਨ੍ਹਾਂ ਨੂੰ ਅਸੀਂ ਉਦੋਂ ਨਹੀਂ ਨਾ ਬੁਲਾਉਂਦੇ, ਮੁਸੀਬਤ ਵੇਲੇ ਉਹ ਨਾਲ ਖਲੋਤੇ। ਮੁਸੀਬਤ ਵੇਲੇ ਮੈਂ ਆਪਣੀ ਜ਼ਿੰਦਗੀ 'ਚ ਐਸੇ ਪਰਿਵਾਰ ਵੀ ਵੇਖੇ ਜਿੱਥੇ ਨਾ, ਮੈਂ ਕੱਲ ਹੀ ਗੱਲ ਕਰ ਰਿਹਾ ਸੀ ਕਿ 2 ਬੱਚੇ ਨੇ। ਇਹ ਗੱਲ ਕਾਮਨ ਹੈ, 3 ਵੀ ਹੋ ਸਕਦੇ, 4 ਵੀ ਹੋ ਸਕਦੇ ਆ। ਇਹ ਗੱਲ ਸਾਂਝੀ ਤੁਸੀਂ ਢਕਾ ਲਿਓ ਜਿੱਥੇ ਢੁਕਦੀ ਹੈ। ਬਾਪ ਦੇ 2 ਪੁੱਤਰ ਨੇ, ਦੋਨੋਂ ਪੁੱਤਰ ਵਿਆਹੇ ਗਏ। ਇੱਕ ਪੁੱਤਰ ਥੋੜਾ ਤਗੜਾ, ਇੱਕ ਪੁੱਤਰ ਥੋੜਾ ਜਿਹਾ ਦਰਮਿਆਨਾ ਹੈ। ਕਈ ਮਾਂ ਬਾਪ ਐਸੇ ਹੁੰਦੇ ਨੇ ਜਿਹੜਾ ਪੁੱਤਰ ਮਾਤੜ ਹੈ, ਕਮਜ਼ੋਰ ਹੈ, ਉਹਦੇ ਵੱਲ ਰਹਿੰਦੇ ਨੇ ਵੀ ਕੋਈ ਗੱਲ ਨਹੀਂ, ਇਹਨੂੰ ਲੋੜ ਹੈ ਸਾਡੀ, ਅਸੀਂ ਇਹਦੇ ਨਾਲ ਖਲੋਈਏ। ਫਰਜ਼ ਵੀ ਬਣਦਾ, ਸਲੂਟ ਹੈ ਉਸ ਮਾਂ ਬਾਪ ਨੂੰ ਜਿਹੜੇ ਮਾਂ ਬਾਪ ਉਸ ਬੱਚੇ ਦੇ ਨਾਲ ਖਲੋਤੇ, ਉਸ ਨੂੰਹ ਦੇ ਨਾਲ ਖਲੋਤੇ ਜਿਹੜੇ ਆਰਥਿਕ ਪੱਖੋਂ ਕਮਜ਼ੋਰ ਨੇ। ਅੱਛਾ, ਉਹ ਵੱਡੇ ਨਾਲ ਵੀ ਵਰਤਦੇ ਨੇ, ਯਾਨੀ ਕਿ ਜਿਹਦੇ ਕੋਲ 4 ਪੈਸੇ ਹੈਗੇ ਉਹਦੇ ਨਾਲ ਵੀ ਵਰਤਦੇ ਨੇ, ਪਰ ਜਿਹਦੇ ਕੋਲ ਨਹੀਂ ਹੈਗੇ ਉਹਦੇ ਨਾਲ ਖਲੋਤੇ ਨੇ, ਉਹਦਾ ਪੂਰਾ ਮਦਦ ਕਰਦੇ ਆ, ਉਹਦੀ ਹੈਲਪ ਕਰਦੇ ਆ। ਹੁਣ ਦੂਜਾ ਮਾਂ ਬਾਪ ਇੱਕ ਉਹ ਹੈ
ਜਿਹੜਾ ਪੱਲੜਾ ਵੇਖਦਾ ਵੀ ਕਿਹਦੇ ਕੋਲ 4 ਪੈਸੇ, ਕਿਹੜੀ ਨੋਹ ਕੋ ਕੁਝ ਹੈਗਾ, ਕਿਹੜੇ ਪੁੱਤ ਕੋ ਕੁਝ ਹੈਗਾ, ਉਹ ਮਾਰ ਕੇ ਛਾਲ ਉਸ ਬੇੜੀ ਸਵਾਰ ਹੋ ਜਾਂਦੇ ਆ, ਛੱਡ ਜਾਂਦੇ ਉਸ ਪੁੱਤ ਨੋਹ ਨੂੰ ਜਿਹਦੇ ਕੋਲ ਹੈ ਕੱਖ ਨਹੀਂ। ਪਰ ਸਮਾਂ ਆਪਣੀ ਰਫ਼ਤਾਰ ਚੱਲਦਾ ਹੈ, ਸਮੇਂ ਦਾ ਦੌਰ ਹੈ, ਇਹ ਚੀਜ਼ਾਂ ਸਥਿਰ ਨਹੀਂ ਹੈਗੀਆਂ। ਰਾਜ, ਮਾਲ ਤੇ ਜੋਬਨ, ਇਹ 3 ਚੀਜ਼ਾਂ ਬਾਣੀ ਆਂਦੀਆਂ ਚਲਾਏਮਾਨ ਹੈ। ਰਾਜ ਹੈ, ਅੱਜ ਮੋਦੀ ਦਾ ਕੱਲ ਰਹਿਣਾ ਪਤਾ ਨਹੀਂ, ਇੱਥੇ ਬਾਬਰ ਨਹੀਂ ਰਿਹਾ, ਇੱਥੇ ਬੜੇ ਬੜੇ ਆਏ ਸਾਰੇ ਚਲੇ ਗਏ। ਇੱਥੇ ਕਿਹੜੇ ਬਾਗ ਦੀ ਮੂਲੀ ਹੈ ਜਿਹੜਾ ਬੰਦਾ ਮਾਣ ਕਰੇ ਮੈਂ ਆਹ ਕਰ ਦੂੰ, ਹਮ ਆਦਮੀ ਹਾਂ, ਏਦਾਂ ਖਿੱਚ ਕੇ ਛਾਤੀ ਤੇ ਹੱਥ ਮਾਰਦੇ ਆ, ਪਤਾ ਨਹੀਂ ਦੂਜਾ ਦਮ ਆਉਣਾ ਹੈ ਕਿ ਨਹੀਂ ਆਉਣਾ। ਰਾਜ ਦਾ ਸਦਾ ਮਾਣ ਕਰ ਸਕਦਾ ਕੋਈ? ਰਾਜ, ਮਾਲ, ਮਾਲ ਮੀਨਿੰਗ ਸੰਪਤੀ, ਸੰਪਤੀ ਦਾ ਕੋਈ ਮਾਣ ਕਰ ਸਕਦਾ? ਜਿਹੜਾ ਤੁਹਾਡੇ ਕੋਲ ਅੱਜ ਸੋਨਾ ਹੈ, ਜਿਹੜਾ ਤੁਹਾਡੇ ਕੋਲ ਅੱਜ ਪੈਸਾ ਹੈ, ਇਹ ਕੱਲ ਤੁਹਾਡੇ ਕੋਲ ਰਹੇਗਾ, ਇਹ ਕੋਈ ਗਰੰਟੀ ਹੈ? ਬੋਲ ਕੇ ਦੱਸਿਓ। ਉਹ ਬੋਲੋ ਭਾਈ। ਜਿਹੜੀ ਜ਼ਮੀਨ 'ਚ ਅੱਜ ਸਾਡਾ ਟਰੈਕਟਰ ਚੱਲਦਾ, ਸਾਡੀ ਕੰਪੈਨ ਚੱਲਦੀ ਹੈ, ਇਹ ਗਰੰਟੀ ਹੈਗੀ ਹੈ ਵੀ ਆਉਣ ਵਾਲੇ 2-4 ਸਾਲਾਂ ਤੱਕ ਫੇਰ ਸਾਡੇ ਕੋਲ ਹੀ ਰਹੇਗੀ? ਨਹੀਂ ਪਤਾ, ਸਾਨੂੰ ਨਹੀਂ ਪਤਾ ਨਾ। 3 ਚੀਜ਼ਾਂ ਹੋ ਗਈਆਂ, ਰਾਜ, ਇਹਨੂੰ ਪਿੱਛੇ ਬੰਦ ਦਿਓ, ਰਾਜ, ਮਾਲ, ਰਾਜ ਮੀਨਿੰਗ ਸਤਾ, ਮਾਲ ਮੀਨਿੰਗ ਸੰਪਤੀ, ਰਾਜ, ਮਾਲ, ਜੋਬਨ, ਜੋਬਨ ਮੀਨਿੰਗ ਜਵਾਨੀ, ਜਵਾਨੀ ਸਦਾ ਰਹਿੰਦੀ ਹੈ। ਤਵੱਜੋ ਦਿਓ ਸਾਧ ਸੰਗਤ ਜੀ, ਜਵਾਨੀ ਸਦਾ ਰਹਿੰਦੀ ਹੈ। ਜਿਹੜੇ ਬਜ਼ੁਰਗ ਸਾਨੂੰ ਅੱਜ ਦੱਸਦੇ ਆ ਵੀ ਅਸੀਂ 10-10 ਕਿਲੋਮੀਟਰ ਤੁਰ ਲੈਂਦੇ ਸੀ, ਬਜ਼ੁਰਗ ਕਈ ਵਾਰੀ ਆਪਣੀਆਂ ਸਟੋਰੀਆਂ ਸੁਣਾਉਂਦੇ ਵੀ ਅਸੀਂ 10-10 ਕਿਲੋਮੀਟਰ ਤੁਰ ਲੈਂਦੇ ਸੀ। ਕਾਕਾ ਤੁਹਾਡੇ ਕੋਲ ਖੇਤਾਂ ਜਾਣ ਲਈ ਵੀ ਤੁਹਾਨੂੰ ਮੋਟਰਸਾਈਕਲ ਚਾਹੀਦਾ, ਪਰ ਕੀ ਅੱਜ ਵੀ ਉਹ ਤਾਕਤ ਹੈਗੀ ਹੈ? ਅੱਜ ਸਰਾਣੇ ਪਿਆ ਕਈ ਵਾਰੀ ਬਰਤਨ ਪਾਣੀ ਦਾ 100 ਕੋਹਾਂ ਤੇ ਦਿਸਦਾ, ਯਾਨੀ ਕਿ ਜਵਾਨੀ ਸਦਾ ਨਹੀਂ ਰਹੀ। ਰਾਜ, ਮਾਲ, ਜੋਬਨ ਸਭ ਛਾਂ, ਇਹ ਅਸਲੀਅਤ ਦੇ ਪਰਛਾਵੇਂ, ਅਸਲੀਅਤ ਨਹੀਂ ਹੈਗੀ। ਜਿਵੇਂ ਦਰਖਤ ਦੀ ਛਾਂ ਹੁੰਦੀ ਹੈ, ਛਾਂ ਸਦਾ ਨਹੀਂ ਰਹਿੰਦੀ, ਘੁੰਮਦੀ ਰਹਿੰਦੀ ਹੈ। ਜਿੱਥੇ ਸਵੇਰੇ ਛਾਂ ਉੱਥੇ ਧੁੱਪ ਆ ਗਈ, ਜਿੱਥੇ ਧੁੱਪ ਉੱਥੇ, ਬੋਲੋ ਪਿਆਰਿਓ, ਛਾਂ ਆ ਗਈ। ਹੁਣ ਧਿਆਨ ਨਾਲ ਸੁਣਿਓ, ਆਪਣੇ ਵੱਲੋਂ ਉਹਨਾਂ ਨੇ ਕੀ ਕੀਤਾ, ਇਹ ਹੁਣ ਕਿਰਦਾਰ ਤੁਸੀਂ ਲੱਭ ਲਿਓ ਵੀ ਕਿੱਥੇ ਕਿੱਥੇ ਕਿੱਦਾਂ ਦੇ ਲੋਕ ਹੈਗੇ ਆ। ਇੱਕ ਮਾਂ ਬਾਪ ਸੀ ਜਿਨ੍ਹਾਂ ਨੇ ਇਹ ਵੇਖਿਆ ਮਾਤੜ ਹੈ, 9 ਪੁੱਤ, ਅਸੀਂ ਇਹਦੇ ਨਾਲ ਰਹਿਣਾ, ਅਸੀਂ ਇਹਦੀ ਸਪੋਰਟ ਕਰਨੀ ਹੈ। ਸਮਾਂ ਪਿਆ, ਉਹਦੇ ਕੋਲ 4 ਪੈਸੇ ਆ ਗਏ, ਮਾਂ ਬਾਪ ਖੁਸ਼ਹਾਲ ਹੋ ਗਏ, ਪਰਿਵਾਰ ਵਧੀਆ ਬਣ ਗਏ। ਇੱਕ ਉਹ ਹੈ ਜਿਹਨੇ ਪਲੜਾ ਵੇਖਿਆ ਵੀ ਇਹਨਾਂ ਕੋਲ ਕੁਝ ਹੈਗਾ, ਮਾਰ ਕੇ ਛਾਲ ਉਸ ਬੇੜੀ ਸਵਾਰ ਹੋ ਜਾਓ। ਜਿਹੜੇ 9 ਪੁੱਤ ਕੋ ਕੁਝ ਹੈ ਨਹੀਂ ਸੀ, ਉਹਨਾਂ ਨੂੰ ਛੱਡ ਦਿੱਤਾ ਉਦਾਂ ਹੀ। ਪਰ ਬੱਚੇ ਲਾਇਕ ਨਿਕਲੇ ਉਹਨਾਂ ਦੇ, ਬੱਚਿਆਂ ਮਿਹਨਤ ਕੀਤੀ, ਮੁਸ਼ੱਕਤ ਕੀਤੀ। ਧਿਆਨ ਨਾਲ ਸੁਣਿਓ ਗੱਲ, ਉਹ ਆਪਣੇ ਪੈਰਾਂ ਸਿਰ ਖੜੇ ਹੋਏ, ਗਰੀਬੀ ਨੂੰ ਹੂੰਜ ਕੇ ਉਹਨੇ ਏਦਾਂ ਆਪਣੇ ਘਰੋਂ ਬਾਹਰ ਮਾਰਿਆ ਜਿਵੇਂ ਝਾੜੂ ਨਾਲ ਘਰ ਦੀ ਗੰਦਗੀ ਹੂੰਜ ਕੇ ਬਾਹਰ ਕਰੀਦੀ ਹੈ। ਬੱਚੇ ਬਲ ਆ ਗਏ, ਜਿਹੜੇ ਸੰਤ, ਜਿਹੜੀਆਂ ਚੀਜ਼ਾਂ ਨੂੰ ਕਦੀ ਲੋਕ ਤਰਸਦੇ ਸੀ, ਅੱਜ ਉਹ ਗੱਡੀਆਂ, ਟਰੈਕਟਰ ਘਰਾਂ 'ਚ ਖਲੋਤੇ ਹੋਏ ਨੇ। ਦਾਦਾ ਦਾਦੀ ਵੀ ਉਹੀ ਨੇ, ਪਰ ਜਿਨ੍ਹਾਂ ਵੱਲੋਂ ਛਾਲ ਮਾਰ ਕੇ ਗਿਆ ਸੀ, ਹੌਲੀ ਹੌਲੀ ਉਹਨਾਂ ਖਾਨ ਚੋੜ ਲਿਆ ਉਹਨਾਂ ਨੂੰ। ਹੁਣ ਉਹ ਪੁੱਛਦੇ ਨਹੀਂ ਉਹਨਾਂ ਨੂੰ, ਨਾ ਨੋ ਪੁੱਛਦੀ ਹੈ, ਨਾ ਪੁੱਤਰੇ ਪੋਤਰੀਆਂ ਪੁੱਛਦੇ ਨੇ, ਨਾ ਉਹ ਪਿਓ ਪੁੱਤ ਪੁੱਛਦਾ ਹੈ। ਈਵਨ ਇੱਥੋਂ ਤੱਕ ਵੀ ਕਈਆਂ ਨੇ ਪਿਛਲੀ ਵਾਰ ਆਣ ਕੇ ਧੱਕਾ ਦੇਤਾ। ਅੱਜ ਉਹ ਨੋ ਕੰਮ ਆਈ, ਅੱਜ ਉਹ ਪੁੱਤ ਕੰਮ ਆਇਆ, ਜਿਹਨੂੰ ਕਦੀ ਮਾਤੜ ਵੇਖ ਕੇ, ਗਰੀਬ ਵੇਖ ਕੇ ਤੇ ਉਹਦੀ ਬੇੜੀ ਚੋਂ ਛਾਲ ਮਾਰ ਕੇ ਦੂਜੀ ਦੀ ਬੇੜੀ 'ਚ ਪੈ ਗਏ ਸੀ। ਹਰ ਥਾਂ ਤੇ ਨੋਹਾਂ ਪੋਤੀ ਗਲਤ ਨਹੀਂ ਹੁੰਦੇ, ਕਈਆਂ ਥਾਵਾਂ ਤੇ ਮਾਂ ਬਾਪ ਦੇ ਵਿੱਚ ਵੀ, ਉੱਚੀ ਬੋਲ ਕੇ ਦੱਸਿਓ ਹੁਣ, ਕਸੂਰ ਹੁੰਦਾ ਹਰ ਥਾਂ ਤੇ। ਕੋਈ ਤਾੜੀ ਇੱਕ ਹੱਥ ਨਾਲ, ਮੈਂ ਐਸੀਆਂ ਧੀਆਂ ਵੀ ਵੇਖੀਆਂ ਆਪਣੀ ਜ਼ਿੰਦਗੀ ਜਿਹੜੀਆਂ ਤਰਸਦੀਆਂ ਵੀ, ਅਸੀਂ ਵੀ ਚਾਹੁੰਦੀਆਂ ਵੀ ਅਸੀਂ ਗਰਮ ਫੁਲਕਾ ਲਾ ਕੇ ਸੱਸ ਨੂੰ ਖਵਾਈਏ, ਕਹਿੰਦੀ ਉਹ ਖਾਣੇ ਨਹੀਂ ਚਾਹੁੰਦੀ। ਅਸੀਂ ਤਰਸਦੀਆਂ ਵਾਂ, ਪੁੱਤ ਕਹਿੰਦਾ ਮੈਂ ਤਰਸਦਾ ਵਾਂ ਜਦੋਂ ਮੈਂ ਕੱਪੜੇ ਸਵਾਵਾਂ, ਜਿਹੜੇ ਥਾਨ ਚੋਂ ਮੇਰਾ ਕਮੀਜ਼ ਪਜਾਮਾ ਬਣੇ, ਉਸ ਥਾਨ ਚੋਂ ਪਹਿਲਾ ਕਮੀਜ਼ ਪਜਾਮਾ ਮੇਰੇ ਬਾਪ ਦਾ ਬਣੇ, ਪਰ ਉਹ ਸਾਡੇ ਕੋਲ ਆਉਣਾ ਹੀ ਨਹੀਂ ਚਾਹੁੰਦਾ। ਜਿਹੜੀ ਮੈਂ ਜੁੱਤੀ ਪਾਵਾਂ, ਮੈਂ ਚਾਹੁੰਦਾ ਇਹਦੇ ਤੋਂ ਵਧੀਆ ਜੁੱਤੀ ਮੇਰਾ ਬਾਪ ਪਾਵੇ, ਪਰ ਪਾਉਣਾ ਹੀ ਨਹੀਂ ਚਾਹੁੰਦਾ, ਮੇਰੇ ਕੋਲ ਆਉਣਾ ਹੀ ਨਹੀਂ ਚਾਹੁੰਦਾ, ਉਹਨੂੰ ਮੈਂ ਪਸੰਦ ਹੀ ਨਹੀਂ। ਅਜੇ ਮੇਰੀ ਕਮਾਈ ਨੇਕ ਹੈ। ਪਿਆਰਿਓ, ਇਹਨੂੰ ਕਹਿੰਦੇ ਵਿਚਾਰ। ਸ਼ਬਦ ਹੈ ਗੁਰੂ ਪੰਜਵੇਂ ਪਾਤਸ਼ਾਹ ਦਾ, ਐਸਾ ਕਰੋ ਵਿਚਾਰ ਗਿਆਨੀ। ਏਦਾਂ ਦੀ ਵਿਚਾਰ ਕਰ, ਕਿੱਦਾਂ ਦੀ? ਜਾਂ ਤੇ ਪਾਈਏ ਪਦ ਨਿਰਬਾਨੀ। ਉਹ ਵਿਚਾਰ ਕਰੋ ਜਿਹਦੇ ਨਾਲ ਤੁਸੀਂ ਉਹ ਅਵਸਥਾ ਪ੍ਰਾਪਤ ਕਰ ਸਕੋ ਜਿੱਥੇ ਤੁਹਾਡੇ ਅੰਦਰ ਇੱਕ ਵੀ ਮਾੜਾ ਖਿਆਲ ਨਾ ਆਵੇ। ਹੈ ਵਿਚਾਰ ਅੱਜ ਪਰਿਵਾਰਾਂ 'ਚ, ਜਿੱਥੇ ਇਦਾਂ ਬਹਿ ਕੇ ਵਿਚਾਰ ਕਰੇ ਵੀ ਆਪਣੇ ਦਿਮਾਗ 'ਚ ਇੱਕ ਵੀ ਮਾੜਾ ਖਿਆਲ ਨਾ ਆਵੇ। ਆਪਾਂ ਸਾਰੇ ਪਰਿਵਾਰ ਨੇ ਬਹਿ ਕੇ ਇਹ ਵਿਚਾਰ ਕਰਨੀ। ਮਾਰੋ ਧਿਆਨ, ਅੱਜ ਹੈ ਸਮਾਜ ਵਿੱਚ ਇਦਾਂ ਦੀ ਕੋਈ ਵਿਚਾਰ ਕਰਦਾ? ਇੱਥੇ ਗੁਰੂ ਪਾਤਸ਼ਾਹ ਕਹਿੰਦੇ ਨੇ ਇਹ ਵਿਚਾਰ ਕਰ, ਐਸਾ ਕਰੋ ਵਿਚਾਰ ਗਿਆਨੀ, ਜਾਂ ਤੇ ਪਾਈਏ ਪਦ। ਪਦ ਦਾ ਅਰਥ ਹੁੰਦਾ ਹੈ ਇੱਕ ਸਟੇਜ,
ਜਿਵੇਂ ਆਪਾਂ ਪੌੜੀਆਂ ਚੜ੍ਹਦੇ ਹਾਂ, ਪਹਿਲੀ ਪੌੜੀ, ਦੂਜੀ ਪੌੜੀ, ਤੀਜੀ ਪੌੜੀ, ਸਟੈਪ ਹੁੰਦੇ ਆ ਨਾ, ਚੌਥੀ ਪੌੜੀ, ਪੰਜਵੀਂ ਪੌੜੀ, ਇਦਾਂ। ਇਹ ਪਦ ਇੱਕ ਸਟੈਪ ਹੈ। ਉਹ ਸਟੈਪ, ਉਹ ਅਵਸਥਾ ਜਿੱਥੇ ਇੱਕ ਵੀ ਮਾੜਾ ਖਿਆਲ ਨਾ ਆਵੇ। ਜਦੋਂ ਖਿਆਲ ਨਹੀਂ ਆਏਗਾ ਤੁਸੀਂ ਮਾੜਾ ਕੰਮ ਕਰੋਗੇ ਨਹੀਂ। ਤਵੱਜੋ ਦੇ ਕੇ ਸੁਣਿਓ ਜਿੰਨੀਆਂ ਮੇਰੀਆਂ ਭੈਣਾਂ ਵੀਰ ਬੈਠੇ ਜੀ, ਜਦੋਂ ਵੀ ਕੋਈ ਗੁਨਾਹ ਕਰਦਾ ਪਹਿਲਾਂ ਉਹ ਖਿਆਲ ਦਿਮਾਗ 'ਚ ਜਨਮ ਲੈਂਦਾ ਹੈ। ਕਦੀ ਐਸਾ ਨਹੀਂ ਬੰਦਾ ਅਚਨਚੇਤ ਆਣ ਕੇ ਉਹ ਕੰਮ ਕਰ ਦੂਗਾ। ਜੇ ਕਿਸੇ ਦੀ ਮੋਟਰ ਤੋਂ, ਕਿਸੇ ਟਰਾਂਸਫਾਰਮਰ ਵਿੱਚੋਂ ਕੋਈ ਤਾਰ ਕੱਢਦਾ ਹੈ, ਕਿਸੇ ਦੀ ਕੋਈ ਮੋਟਰ ਚੋਰੀ ਕਰਦਾ ਹੈ, ਕਿਸੇ ਦੀ ਕੋਈ ਮੱਝ ਖੋਲਦਾ ਹੈ, ਉਹ ਇਹ ਨਹੀਂ ਵੀ ਬੰਦਾ ਰਾਤ ਸੁੱਤਾ ਤੇ ਸੁੱਤਿਆਂ ਸੁਪਨਾ ਆਇਆ ਮੱਝ ਖੋਲਣਾ, ਨਹੀਂ, ਉਹਦੀਆਂ ਪਲੈਨਿੰਗਾਂ ਬਣਦੀਆਂ ਪਹਿਲਾਂ ਦਿਮਾਗ 'ਚ। ਉਹਨੇ ਪਤਾ ਨਹੀਂ ਕਿੱਦਣ ਦੀ ਮੱਝ ਚੋਰੀ ਕਰਦਾ ਸੀ, 2 ਮਹੀਨਿਆਂ ਦੀ ਦਿਮਾਗ 'ਚ, ਤੇ ਪ੍ਰੈਕਟੀਕਲ ਟਾਈਮ ਲੱਗਾ ਉਹਦਾ ਹੁਣ। ਇਦਾਂ ਹੁੰਦਾ, ਆੜੇ ਮਰਡਰ ਕਰਦੇ ਆ, ਜਿਹੜੇ ਕਤਲ ਕਰਦੇ ਆ, ਜਿਹੜੇ ਨੁਕਸਾਨ ਕਰਦੇ ਕਿਸੇ ਦਾ, ਪਲੈਨਿੰਗਾਂ ਦਿਮਾਗ 'ਚ ਬੜੀ ਦੇਰ ਦੀਆਂ ਬਣਦੀਆਂ ਨੇ, ਪਰ ਲਾਗੂ ਬਾਅਦ 'ਚ ਕੀਤੀਆਂ ਜਾਂਦੀਆਂ ਨੇ। ਪਹਿਲਾਂ ਸਮਾਂ ਸਥਾਨ ਵੇਖਿਆ ਜਾਂਦਾ। ਇਸੇ ਨੂੰ ਪਾਤਸ਼ਾਹ ਕਹਿੰਦੇ ਨੇ, ਐਸਾ ਕਰੋ ਵਿਚਾਰ ਗਿਆਨੀ, ਜਾਂ ਤੇ ਪਾਈਐ ਪਦ ਨਿਰਬਾਨੀ। ਉਹ ਅਵਸਥਾ, ਉਹ ਪਦ ਜਿੱਥੇ ਇੱਕ ਵੀ ਮਾੜਾ ਖਿਆਲ ਨਾ ਆਵੇ। ਕਹਿੰਦੇ ਆਸ ਪਾਸ, ਤਵੱਜੋ ਦੇ ਕੇ ਸੁਣਿਓ, ਆਸ ਪਾਸ ਬਿਖੂਆ ਕੇ ਕੁੰਟਾ, ਆਸੇ ਪਾਸੇ ਜ਼ਹਿਰ ਦੇ ਖੂਆ। ਕੁੰਟਾ ਕਹਿੰਦੇ ਖੂਹ ਨੂੰ। ਕਿੱਥੇ ਭਲਾ? ਬੰਦੇ ਦੇ ਇੱਥੇ ਗਰਦਨ ਤੋਂ ਉੱਪਰਲੇ ਹਿੱਸੇ 'ਚ, ਦਿਮਾਗ ਜਿਹਨੂੰ ਕਹਿੰਦੇ ਆ। ਸਾਡੇ ਨਾ ਇੱਥੇ ਬ੍ਰੇਨ 'ਚ ਜ਼ਹਿਰ ਦੇ ਖੂਹ ਵੀ ਹੈਗੇ ਆ ਤੇ ਅਮਰ ਦਾ ਖੂਹ ਵੀ ਹੈਗਾ, ਪਰ ਜਿਹੜਾ ਅਮਰ ਦਾ ਖੂਹ ਆ ਨਾ, ਉਹ ਜ਼ਹਿਰ ਦੇ ਖੂਹ ਜਿਹੜੇ ਬੰਨੇ ਬੰਨੇ ਆ, ਅਮਰ ਦਾ ਖੂਹ ਵਿਚਕਾਏ ਆ। ਹੁਣ ਜਿਹੜੇ ਜ਼ਹਿਰ ਦੇ ਖੂਹ ਕਿਹੜੇ ਕਿਹੜੇ ਆ? ਲਾਲਚ ਵੀ ਖੂਹ ਆ ਜ਼ਹਿਰ ਦਾ। ਕਈ ਲਾਲਚ ਦੇ ਖੂਹ ਤੋਂ ਲਾਲਚ ਪੀ ਜਾਂਦੇ ਆ। ਕਾਮ ਵਾਸ਼ਨਾਵਾਂ ਵੀ ਖੂਹ ਆ, ਕਈ ਇਹ ਤੋਂ ਕਾਮ ਵਾਸ਼ਨਾਵਾਂ ਪੀ ਜਾਂਦੇ ਆ। ਕ੍ਰੋਧ, ਮੋਹ, ਆਸਾ, ਤ੍ਰਿਸ਼ਨਾ, ਇਹ ਸਾਰੇ ਖੂਹ ਆ। ਮਹਾਰਾਜ ਕਹਿੰਦੇ ਏਦਾਂ ਕਰ, ਆਪਾਂ ਵਿਚਾਰ ਕਰ ਲਈਏ ਵੀ ਇਹਨਾਂ ਚੋਂ ਕਿਹੜੇ ਖੂਹ ਤੋਂ ਕੀ ਪੀਣਾ ਤੂੰ। ਵਿਚਾਰ ਆਪਾਂ ਇਹ ਕਰਨੀ ਹੈ ਵੀ ਖੂਹ ਹੈਗੇ ਆ, ਤੂੰ ਜ਼ਹਿਰ ਪੀਣਾ ਕਿ ਅੰਮ੍ਰਿਤ ਪੀਣਾ, ਆਪਾਂ ਵਿਚਾਰ ਇਹ ਕਰਨੀ। ਮੈਂ ਤੈਨੂੰ ਦੋਵਾਂ ਦੇ ਨਤੀਜੇ ਦੱਸ ਦਿੰਦਾ। ਅੰਮ੍ਰਿਤ ਪੀਵੇਂਗਾ ਉਹਦਾ ਨਤੀਜਾ ਕੀ ਹੈ, ਤੇ ਜ਼ਹਿਰ ਪੀਵੇਂਗਾ ਉਹਦਾ ਨਤੀਜਾ ਕੀ ਹੈ। ਸਿਰਫ ਵਿਚਾਰ। ਮਹਾਰਾਜ ਕਹਿੰਦੇ ਮੈਂ ਤੈਨੂੰ ਧੱਕੇ ਨਾਲ ਨਹੀਂ ਪਿਆ ਸਕਦਾ। ਕੋਈ ਡਾਕਟਰ ਮਰੀਜ਼ ਨੂੰ ਧੱਕੇ ਨਾਲ ਮੈਡੀਸਨ ਦੇ ਸਕਦਾ ਜੀ? ਬੋਲ ਕੇ ਦੱਸਿਓ, ਬੋਲੋ ਭਾਈ। ਕੋਈ ਡਾਕਟਰ ਮਰੀਜ਼ ਨੂੰ ਧੱਕੇ ਨਾਲ ਠੀਕ ਕਰ ਸਕਦਾ? ਨਹੀਂ ਕਰ ਸਕਦਾ। ਉਹ ਦੱਸ ਸਕਦਾ ਆ ਇਲਾਜ ਹੈ, ਆ ਪਰਹੇਜ਼ ਹੈ, ਇਹਦੇ ਨਾਲ ਠੀਕ ਹੋਏਗਾ, ਇਹਦੇ ਨਾਲ ਜ਼ਿਆਦਾ ਬਿਮਾਰ ਹੋਏਗਾ। ਖਾਣਾ ਨਾ ਖਾਣਾ, ਠੀਕ ਹੋਣਾ ਨਾ ਠੀਕ ਹੋਣਾ, ਇਹ ਮਰੀਜ਼ ਦੀ। ਇਦਾਂ ਹੀ ਗੁਰੂ ਸਾਹਿਬ ਹੈ। ਗੁਰੂ ਸਾਹਿਬ ਕਹਿੰਦੇ ਮੈਂ ਤੈਨੂੰ ਦੋਵੇਂ ਪੱਖ ਦੱਸ ਦਿੱਤੇ, ਚੰਗਾ ਵੀ ਮਾੜਾ ਵੀ। ਜ਼ਹਿਰ ਵਾਲੇ ਖੂਹ ਬਾਰੇ ਤੈਨੂੰ ਨੌਲੇਜ ਦੇ ਦਿੱਤੀ ਹੈ। ਜ਼ਹਿਰ ਦਾ ਖੂਹ ਕਿਹੜਾ ਕਿਹੜਾ? ਕਾਮ ਵਾਸ਼ਨਾਵਾਂ। ਹੁਣ ਇਹ ਜ਼ਹਿਰ ਹੈ, ਲੋਕੀ ਪੀ ਰਹੇ ਆ ਨਾ, ਇਹਨੂੰ ਪੀ ਕੇ ਕਿੰਨਿਆਂ ਦੇ ਪਰਿਵਾਰ ਬਰਬਾਦ ਹੋਏ, ਕਿੰਨਿਆਂ ਦੀਆਂ ਜ਼ਿੰਦਗੀਆਂ ਤਬਾਹ ਹੋਈਆਂ। ਹੱਸਦੇ ਘਰ ਉਜੜਦੇ ਆ ਕਿ ਨਹੀਂ ਉਜੜਦੇ? ਬੋਲ ਕੇ ਦੱਸੋ ਪਿਆਰਿਓ। ਲਾਲਚ ਜ਼ਹਿਰ ਆ ਨਾ, ਲਾਲਚ ਦੇ ਇਸ ਖੂਹ ਤੋਂ ਕਿੰਨਿਆਂ ਲੋਕਾਂ ਨੇ ਇਹ ਜ਼ਹਿਰ ਪੀਤਾ ਤੇ ਕਿੰਨੇ ਘਰ ਤਬਾਹ ਹੋਏ। ਭਰਾਵਾਂ ਨੇ ਭਰਾ ਮਾਰੇ, ਪਿਓ ਨੇ ਪੁੱਤ ਮਾਰਤਾ, ਪੁੱਤ ਨੇ ਪਿਓ ਦਾ ਕਤਲ ਕਰਤਾ, ਭੈਣ ਸਕੀਆਂ ਭੈਣਾਂ ਨੇ ਭਰਾਵਾਂ ਕੋਲੋਂ ਜੀਜੇ ਤੇ ਭਾਈਆਂ ਤੱਕ ਦੇ ਕਤਲ ਹੋਏ। ਕਾਹਦੇ ਬਦਲੇ? ਲਾਲਚ ਦੇ ਜ਼ਹਿਰ ਖੂਹ ਤੋਂ ਜ਼ਹਿਰ ਪੀਣ ਕਰਕੇ। ਕ੍ਰੋਧ ਜ਼ਹਿਰ ਹੈ। ਇਸ ਖੂਹ ਤੋਂ ਲੋਕਾਂ ਨੇ, ਇਹਨੂੰ ਬਾਣੀ ਚ ਇੰਝ ਵੀ ਲਿਖਿਆ, ਕਾਮ ਕ੍ਰੋਧ ਕਾਇਆ ਕੋ ਗਾਲ ਹੈ। ਕਿਉਂ ਸਾਧ ਸੰਗਤ? ਜਿਹੜੀ ਚੀਜ਼ ਤੁਹਾਡੀ ਕਾਇਆ ਨੂੰ ਗਾਲਦੀ ਹੋਵੇ ਤੁਸੀਂ ਉਹ ਤੋਂ ਦੂਰੀ ਬਣਾਉਂਦੇ ਜੇ ਨਾ। ਬੋਲੋ ਪਿਆਰਿਓ। ਡਾਕਟਰ ਕੋ ਆਪਾਂ ਜੇ ਡਾਕਟਰ ਕਹੇ ਵੀ ਆਹ ਚੀਜ਼ ਤੇਰੇ ਸਰੀਰ ਨੂੰ ਫਿੱਟ ਨਹੀਂ, ਇਹਦਾ ਤੇਰਾ ਨੁਕਸਾਨ ਹੈ, ਆਪਾਂ ਕਹਿੰਦੇ ਵੀ ਇਹ ਛੱਡ ਦਈਏ, ਵੀ ਕਾਇਆ ਨੂੰ ਗਾਲਦੀ ਹੈ। ਪਰਹੇਜ਼ ਕਰਦੇ ਆ ਆਪਾਂ। ਲੋਕੀ ਵਰਜਿਸ਼ ਕਰਦੇ ਆ, ਦੁੱਧ ਲੱਸੀ ਪੀਂਦੇ ਆ, ਲੋਕੀ ਚੰਗੀਆਂ ਚੀਜ਼ਾਂ ਖਾਂਦੇ ਆ ਵੀ ਮੈਂ ਚੰਗੀ ਉਮਰ ਭੋਗਾਂ। ਸਭ ਤੋਂ ਪਹਿਲਾਂ ਬੰਦਾ ਆਪਣੀ ਉਮਰ ਵੇਖਦਾ, ਘਰ ਜ਼ਮੀਨਾਂ। ਤੁਸੀਂ ਵੇਖੋ ਜ਼ਿੰਦਗੀ ਨੂੰ ਬਚਾਉਣ ਲਈ ਲੋਕੀ ਸੋਨਾ ਵੇਚ ਦਿੰਦੇ ਆ। ਸੋਨਾ ਅਜੇ ਮਹਿੰਗਾ ਹੈ, ਪਰ ਬੰਦਾ ਕਹਿੰਦਾ ਜੇ ਜੀਵਨ ਹੋਏਗਾ ਤਾਂ ਸੋਨਾ ਫੇਰ ਖਰੀਦ ਲਾਂਗੇ। ਜ਼ਿੰਦਗੀਆਂ ਬਚਾਉਣ ਲਈ ਲੋਕ ਗੱਡੀਆਂ ਵੀ ਵੇਚ ਦਿੰਦੇ ਆ, ਜ਼ਮੀਨਾਂ ਗਹਿਣੇ ਪਾਉਂਦੇ ਆ, ਕਹਿੰਦੇ ਜੀ ਬਾਜਾ ਜ਼ਮੀਨਾਂ ਤੇ ਵੇ ਖਰੀਦ ਲਾਂਗੇ। ਜੇ ਜੀ ਨਾ ਰਿਹਾ ਤਾਂ ਜ਼ਮੀਨਾਂ ਨੂੰ ਕੀ ਕਰਨਾ? ਇਹਦਾ ਮਤਲਬ ਜਿੰਦ ਜ਼ਰੂਰੀ ਹੈ ਨਾ। ਤੇ ਜੇ ਬੰਦੇ ਨੂੰ ਇਹ ਨਾ ਸਮਝ ਲੱਗੀ ਵੀ ਮਹਾਰਾਜ ਕਹਿੰਦੇ ਤੂੰ ਤੇ ਕਾਇਆ ਨੂੰ ਆਪੇ ਗਾਲੀ ਜਾਣਾ, ਤੂੰ ਤੇ ਆਪਣੀ ਕਾਇਆ ਦਾ ਆਪ ਦੁਸ਼ਮਣ ਹੈ। ਅੱਛਾ, ਤੁਹਾਡੀ ਕਾਇਆ ਨੂੰ ਗਾਲਦਾ ਕੌਣ ਹੈ? ਕਾਮ। ਕਾਮ ਵਾਸ਼ਨਾਵਾਂ ਕਾਇਆ ਨੂੰ ਗਾਲਦੀ ਹੈ। 24 ਘੰਟੇ ਮਾੜੀ ਸੋਚ ਰੱਖਣੀ, ਇਹ ਤੁਹਾਡੀ ਕਾਇਆ ਨੂੰ ਕਿਦਾਂ ਗਾਲਦੀ ਹੈ? ਜਿਵੇਂ ਤੁਸੀਂ ਮੋਮਬੱਤੀ ਨੂੰ ਜਗਾਓ ਤੇ ਉਹ ਮੋਮਬੱਤੀ ਕਿਦਾਂ ਪਿਘਲਦੀ ਥਾਂ ਨੂੰ ਤੁਰੀ ਆਉਂਦੀ ਹੈ, ਪਿਘਲਦੀ ਆਉਂਦੀ ਥਾਂ ਨੂੰ।
ਕਾਮ ਕ੍ਰੋਧ, ਕ੍ਰੋਧ ਵੀ ਕਾਇਆ ਨੂੰ ਗਾਲਦਾ ਹੈ। ਸਿਆਣਾ ਦਾ ਕਥਨ ਹੈ, ਗੁਰਬਾਣੀ ਵੀ ਮੋਹਰ ਲਾਉਂਦੀ ਹੈ ਕਿ 1 ਮਹੀਨਾ ਖਾਧੀ ਖੁਰਾਕ 5 ਸੈਕਿੰਡ ਆਇਆ ਕ੍ਰੋਧ ਉਹਨੂੰ ਪਾਣੀ ਬਣਾ ਦਿੰਦਾ। ਤੁਸੀਂ ਦੇਸੀ ਘਿਓ ਪਾ ਖਵਾਈ ਜਾਓ ਬੰਦੇ ਨੂੰ, ਬਦਾਮ ਰਾਤ ਨੂੰ 10 ਪਿਓ, ਸਵੇਰੇ ਖਾ ਲਏ, ਤੇ ਕਈ ਕਹਿਣਗੇ ਇਹਨੂੰ ਲੱਗਦਾ ਕੱਖ ਨਹੀਂ। ਲੱਗਣਾ ਕਿੱਥੋਂ? ਇੱਕ ਦਿਨ ਕ੍ਰੋਧ ਚੜ੍ਹਦਾ ਤੇ ਉਹ ਭੱਠੀ ਦੇ ਨਾਲ ਸਾਰਾ ਫੇਰ ਲੂਸਿਆ ਜਾਂਦਾ। ਤੁਸੀਂ ਵੇਖੋ ਕਈਆਂ ਦੇ ਨਿਆਣੇ ਵੇਖਿਆ ਤੁਸੀਂ, ਐ ਲੁਸ਼ ਲੁਸ਼ ਕਰਦੇ, ਹਸਮੁਖ ਹੁੰਦੇ ਆ। ਉਹਨੂੰ ਜੇ ਤਾਏ ਨੇ ਕੁਝ ਕਹਿਤਾ ਤਾਂ ਵੀ ਹਾਸੇ 'ਚ ਗੱਲ ਟਾਤੀ, ਚਾਚੇ ਕਹਿਤਾ ਤਾਂ ਵੀ ਹਾਸੇ 'ਚ ਗੱਲ ਟਾਤੀ। ਕਈ ਬੱਚੀਆਂ ਇਦਾਂ ਦੀਆਂ ਹੁੰਦੀਆਂ ਵੀ ਐ ਘਰਾਂ 'ਚ ਹਸਮੁਖ ਹੈ ਚਿਹਰਾ। ਕਈ ਨੂੰਹਾਂ ਤੁਸੀਂ ਵੇਖਿਓ, ਕਈ ਪੁੱਤ ਵੇਖਿਓ, ਉਹਨਾਂ ਦੇ ਚਿਹਰੇ ਵੱਲ ਵੇਖੋਗੇ ਨਾ ਤੁਹਾਨੂੰ ਲੱਗਣਾ ਵੀ ਇਹਨੂੰ ਮੈਂ ਕਦੀ ਅਪਸੈਟ ਨਹੀਂ ਵੇਖਿਆ। ਤੇ ਕਈਆਂ ਦੇ ਚਿਹਰੇ ਤੇ 12 ਵਜੇ ਹੁੰਦੇ 24 ਘੰਟੇ। ਜੇ ਵਿਆਹ ਦਾ ਫੰਕਸ਼ਨ ਹੈ ਤਾਂ ਵੀ ਗੁੱਸੇ 'ਚ, ਜੇ 25 ਕੁਇੰਟਲ ਕਣਕ ਨਿਕਲ ਆਈ ਹੈ ਤਾਂ ਵੀ ਮੂੰਹ ਉਹ ਆ, ਤੇ ਜੇ 15-18 ਕੁਇੰਟਲ ਨਿਕਲੀ ਹੈ ਤਾਂ ਵੀ ਮੂੰਹ। ਬੋਲੋ ਭਾਈ। ਅੱਛਾ, ਕਈ ਨਿਆਣੇ ਤੁਸੀਂ ਵੇਖਣਗੇ ਹਸਮੁਖ ਹੁੰਦੇ ਆ, ਬੱਚੇ ਕਈ ਵੇਖਿਓ ਤੁਸੀਂ ਬੜੇ ਹਸਮੁਖ ਹੁੰਦੇ ਆ। ਉਹਨਾਂ ਨੂੰ ਕਹਿਣਗੇ ਇਹਨੂੰ ਤਾਂ ਪਾਣੀ ਲੱਗੀ ਜਾਂਦਾ। ਕਿਉਂ? ਇਹ ਬੜਾ ਵੱਡਾ ਕਾਰਨ ਹੈ। ਤੁਹਾਡੇ 'ਚ ਕੋਈ ਡਾਕਟਰ ਵੀਰ ਬੈਠਾ ਹੋਵੇ, ਤੁਸੀਂ ਖੁਰਾਕ ਖਾ ਕੇ ਨਾਲ ਹੱਸੋ, ਹਾਸਾ ਰੱਖੋ ਜ਼ਿੰਦਗੀ 'ਚ, ਤੁਹਾਨੂੰ ਜ਼ਿੰਦਗੀ 'ਚ ਕਿਸੇ ਕਰੀਮ ਦੀ ਲੋੜ ਨਹੀਂ ਪੈਣੀ। ਤੁਹਾਡੀ ਸਕਿਨ ਹੀ ਆਪਣੇ ਆਪ ਏਡੀ ਵਧੀਆ ਰਹਿਣੀ। ਕਈ ਬੰਦੇ ਤੁਸੀਂ ਵੇਖਿਆ 5-5 ਹਜ਼ਾਰ ਵੀ ਲਾਉਂਦੇ ਸਕਿਨ ਸਹੀ ਕਰਦੇ, ਪਰ ਮਨ ਸੜਿਆ ਪਿਆ ਅੰਦਰੋਂ। ਬੀਬੀਆਂ ਨੂੰ ਪਤਾ ਇਸ ਗੱਲ ਦਾ ਸਾਰਾ, ਹੱਸਦੀਆਂ ਨੇ। ਜਿਨ੍ਹਾਂ ਦੇ ਘਰਾਂ ਦੇ ਖਰਚੇ ਉਹਨਾਂ ਨੂੰ ਪਤਾ ਵਾ ਭਾਈ ਵੀ ਇਹ ਟਾਈਮ ਲੱਗਦਾ। ਉੱਦਾਂ ਹੱਸਣਾ ਨਹੀਂ, ਉੱਦਾਂ ਘਰ 'ਚ ਖੇੜਾ ਰੱਖਣਾ ਨਹੀਂ, ਉਹਦੇ ਵੱਲ ਵੇਖ ਕੇ ਸੜੀ ਜਾਣਾ, ਉੱਦਾਂ ਕਹਿਣਾ ਵੀ ਇੰਨੀਆਂ ਪਾਊਡਰ ਕਰੀਮਾਂ ਲਾਈਆਂ, ਗੱਲ ਨਹੀਂ ਬਣਦੀ, ਝੁਰੜੀਆਂ ਨਹੀਂ ਜਾਂਦੀਆਂ। ਹੁਣ ਤੁਸੀਂ ਇੰਨੀ ਖੁਰਾਕ ਖਵਾ ਕੇ ਬੰਦੇ ਨੂੰ ਭੱਠੀ ਤੇ ਚਾੜ ਦਿਓ। ਅੱਜ ਬੰਦਾ ਭੱਠੀ ਤੇ ਚੜਿਆ ਹੋਇਆ ਹੈ। ਬਾਣੀ ਦਾ ਵਾਕ ਹੈ, ਮੈਂ ਕੋਲੋਂ ਨਹੀਂ ਕਹਿ ਰਿਹਾ। ਤਪਤ ਕੜਾਹਾ ਬੁਝ ਗਿਆ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਤਪਦਾ ਹੋਇਆ ਕੜਾਇਆ ਠੰਡਾ ਕਰਨਾ ਤੇ ਕੀ ਕਰੋ? ਗੁਰ ਸੀਤਲ ਨਾਮ ਦਿਓ। ਗੁਰੂ ਦਾ ਸੀਤਲ ਨਾਮ ਲੈ ਲਓ, ਗੁਰੂ ਕੋਲੋਂ ਸਿੱਖਿਆ ਲੈ ਲਓ, ਗੁਰੂ ਦਾ ਉਪਦੇਸ਼ ਲੈ ਲਓ, ਗੁਰੂ ਦੀ ਵਿਚਾਰ ਲੈ ਲਓ, ਪਰਿਵਾਰਾਂ 'ਚ ਰਹਿਣਾ ਸਿੱਖ ਲਓ। ਜ਼ਿੰਦਗੀ ਦੇ ਵਿੱਚ ਖੇੜਾ, ਖੁਸ਼ੀ। ਤੋ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਨੇ, ਐਸਾ ਕਰੋ ਵਿਚਾਰ ਗਿਆਨੀ। ਏਦਾਂ ਦੀ ਵਿਚਾਰ ਕਰੋ, ਹੇ ਭਾਈ, ਆਪਣੇ ਆਪ ਨੂੰ ਕਿਹੜੀ? ਆਸ ਪਾਸ ਬਿਖੂਆ ਕੇ ਕੁੰਟਾ। ਆਸੇ ਪਾਸੇ ਜ਼ਹਿਰ ਦੇ ਖੂਹ ਨੇ ਤੇ ਬੀਚ ਅੰਮ੍ਰਿਤ ਹੈ ਭਾਈ ਰੇ। ਵਿੱਚ ਅੰਮ੍ਰਿਤ ਵੀ ਹੈਗਾ। ਉਹ ਅੰਮ੍ਰਿਤ ਕਿਹੜਾ? ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਬੰਦੇ ਦੇ ਐਸ ਬ੍ਰੇਨ ਦੇ ਵਿੱਚ ਅੰਮ੍ਰਿਤ ਵੀ ਹੈਗਾ। ਇਹ ਅੰਮ੍ਰਿਤ ਪੀਣਾ ਕਿ ਜ਼ਹਿਰ ਪੀਣਾ, ਇਹ ਮਰਜ਼ੀ ਹੁਣ ਸਾਡੀ ਹੈ। ਗੁਰੂ ਸਾਹਿਬ ਜੀ ਕਹਿੰਦੇ ਨਤੀਜੇ ਤੇਰੇ ਸਾਹਮਣੇ ਆ। ਜ਼ਹਿਰ ਪੀਵੇਂਗਾ, ਜ਼ਹਿਰ ਵਾਲੇ ਨਤੀਜੇ ਹੋਣਗੇ, ਅੰਮ੍ਰਿਤ ਪੀਵੇਂਗਾ ਤੇ ਅੰਮ੍ਰਿਤ ਵਾਲੇ ਨਤੀਜੇ ਹੋਣਗੇ। ਤੇਰੇ ਤੇ ਡਿਪੈਂਡ ਕਰਦਾ। ਹੁਣ ਬੰਦਾ ਲੱਸੀ ਪੀਵੇ, ਦਹੀਂ ਮੱਖਣ ਖਾਵੇ, ਕੋਈ ਜੂਸ ਫਰੂਟ ਖਾਵੇ, ਕੋਈ ਚੰਗੀ ਚੀਜ਼ ਖਾਵੇ, ਤੇ ਸਿਹਤ ਵੀ ਉਦਾਂ ਦੀ ਹੁੰਦੀ ਹੈ। ਅੱਛਾ, ਹੁਣ ਤੁਸੀਂ ਵੇਖੋ, ਜੂਸ ਲੈ ਕੇ ਆਊਗਾ ਗਲਾਸ ਮੰਨ ਲਓ 50 ਦਾ, ਜਾਂ ਫਰੂਟ ਲਿਆ ਕੇ ਘਰ ਜੂਸ ਕੱਢ ਲਿਆ, ਹੁਣ ਉਹ 200 ਰੁਪਇਆ ਲੱਗਾ, ਸਾਰੇ ਪਰਿਵਾਰ ਨੇ ਪੀਤਾ। ਇਹ 200 ਦੀ ਇਕੱਲੇ ਲਈ ਆਉਣੀ ਹੈ। ਤੇ ਨਾਲੇ ਕਹਿਣਾ ਗੋਡੇ ਦੁਖਦੇ, ਸਵੇਰੇ ਉੱਠਿਆ ਨਹੀਂ ਜਾਂਦਾ, ਮੋਢੇ ਵੀ ਦੁਖਦੇ ਆ, ਤੁਰਿਆ ਨਹੀਂ ਜਾਂਦਾ। ਤੁਸੀਂ ਵੇਖਿਓ ਬਹੁਤੇ ਬੰਦੇ ਜਾ ਕੇ ਫਰੂਟ ਦਾ ਰੇਟ ਪੁੱਛ ਕੇ ਵਾਪਸ ਮੁੜਾਉਣਗੇ, ਤੇ ਲਾਗੇ ਨਿਆਣਾ ਆਂਦਾ, ਡੈਡੀ ਤੁਹਾਡੀ ਕਿੰਨੇ ਦੀ ਆਉਂਦੀ ਹੈ? ਵੀ ਸਾਡੇ ਵਾਰੀ ਸੇਬ 100 ਰੁਪਏ ਵੀ ਮਹਿੰਗੇ ਆ। ਉਹ ਬੋਲੋ ਭਾਈ, ਤੁਹਾਡੇ ਵਾਸਤੇ, ਸਾਡੇ ਵਾਸਤੇ। ਹੁਣ ਸੋਚ ਕੇ ਵੇਖੋ, ਉਹ ਸਾਰਿਆਂ ਖਾਣਾ। ਉਹ ਬਜ਼ੁਰਗ ਵੀ ਸੇਬ ਖਾ ਲੇਗਾ, ਲਾਗੇ ਅੰਗੂਰ ਪਏ ਨੇ, ਕੋਈ ਪਰਿਵਾਰ ਦਾ ਜੀ ਖਾ ਲੂ। ਪਰ ਅਸੀਂ ਆਦੀਆਂ ਜ਼ਹਿਰ ਪੀਣ ਦੀ। ਸਾਨੂੰ ਆਦਤ ਪੈ ਗਈ ਹੈ ਜ਼ਹਿਰ ਪੀਣ ਦੀ। ਸਾਨੂੰ ਕੌਣ ਸਮਝਾਵੇਗਾ? ਸਰਕਾਰਾਂ ਤੇ ਅੱਜ ਲੰਮੇ ਪੈ ਜਾਣ ਜੇ ਅਸੀਂ ਸਿਆਣੇ ਹੋ ਜਾਈਏ। ਪੁੱਛੋ ਕਿਦਾਂ? ਹਰ ਸਰਕਾਰ ਨੂੰ ਇਨਕਮ ਸਭ ਤੋਂ ਮੋਟੀ ਸ਼ਰਾਬ ਦੀ ਹੈ, ਤੇ ਸਾਡਾ ਕੋਈ ਫੰਕਸ਼ਨ ਸ਼ਰਾਬ ਤੋਂ ਬਿਨਾਂ ਹੁੰਦਾ ਨਹੀਂ। ਦੱਸ ਦਿਓ, ਹੈਗਾ ਤੇ 1 ਨੰਬਰ ਦੀ ਮੋਟੀ ਕਮਾਈ, ਭਾਵੇਂ ਉਹ ਕੋਈ ਸਰਕਾਰ ਹੀ ਕਿਉਂ ਨਾ ਹੋਵੇ, ਭਾਵੇਂ ਅਕਾਲੀ ਆ ਜਾਏ, ਭਾਵੇਂ ਕਾਂਗਰਸ ਆ ਜਾਏ, ਭਾਵੇਂ ਝਾੜੂ ਵਾਲਾ ਆ ਜਾਏ, ਜਿਹੜਾ ਮਰਜ਼ੀ ਆ ਜਾਏ, ਅਗਰ ਨੂੰ 1 ਨੰਬਰ ਦੀ ਮੋਟੀ ਕਮਾਈ ਇਹ ਚੋਂ ਹੈ। ਤੇ ਸਾਡਾ ਕੋਈ ਫੰਕਸ਼ਨ, ਸਾਡੇ ਵਿਆਹ ਹੋਊਗਾ ਤਾਂ ਸ਼ਰਾਬ, ਧੀ ਦਾ ਆਨੰਦ ਕਾਰਜ ਤਾਂ ਸ਼ਰਾਬ, ਕੋਠੀ ਨਵੀਂ ਲਈ ਤਾਂ ਸ਼ਰਾਬ, ਪੁੱਤ ਜੰਮਿਆ ਤਾਂ ਸ਼ਰਾਬ, ਤੇ ਜੇ ਕੋਈ 70 80 90 ਸਾਲ ਦਾ ਬਾਪੂ ਚੜਾਈ ਕੀਤਾ ਤਾਂ ਵੀ ਸ਼ਰਾਬ। ਮਤਲਬ ਉਹਨੂੰ ਕਹਿੰਦੇ 17ਵੀਂ ਕੀਤੀ ਹੈ। ਕੋਈ ਥਾਂ ਛੱਡਿਆ? ਅਸੀਂ ਕੁਝ ਨਾ ਕੁਝ, ਤੇ ਫਿਰ ਨੁਕਸਾਨ ਕਿੱਥੇ ਹੈ? ਇੱਥੇ ਨੁਕਸਾਨ ਹੈ। ਨਸ਼ਿਆਂ ਦੇ ਦੌਰ, ਨਸ਼ੇ ਅਸਲ ਦੇ ਵਿੱਚ ਅਗਲੇ ਲੋਕ ਵਪਾਰੀਕਰਨ ਹੀ ਸਾਡਾ ਇੱਥੇ ਕਰ ਰਹੇ।
ਜਦੋਂ ਅਸੀਂ ਸਿਆਣੇ ਹੋਵਾਂਗੇ, ਅਸੀਂ ਸੂਝਵਾਨ ਹੋਵਾਂਗੇ, ਅਸੀਂ ਆਪਣੀ ਬੋਡੀ ਨੂੰ, ਤੁਸੀਂ ਵੇਖੋ ਗੁਰੂ ਸਾਹਿਬ ਜੀ ਨੇ ਸਾਨੂੰ ਕਿੰਨਾ ਸੋਹਣਾ ਨੁਕਤਾ ਦਿੱਤਾ। ਤੁਸੀਂ ਵੇਖੋ ਜਿੰਨਾ ਵੀ ਨਸ਼ਾ ਵਿਕਦਾ ਹੈ, ਕੋਈ ਵੀ ਨਸ਼ਾ ਸਿਹਤ ਨੂੰ ਠੀਕ ਨਹੀਂ ਰੱਖਦਾ। ਅਗਲੇ ਬਣਾਉਣ ਵਾਲੇ ਵੀ ਉੱਤੇ ਲਿਖਦੇ ਸਿਹਤ ਲਈ ਹਾਨੀਕਾਰਕ ਹੈ, ਲਿਖਦੇ ਆ ਨਾ। ਤੁਸੀਂ ਕੋਈ ਚੀਜ਼ ਲੈਣ ਜਾਂਦੇ ਹੋ ਨਾ, ਉਹਦੀ ਹਮੇਸ਼ਾ ਅਗਲਾ ਤਾਰੀਫ ਕਰਦਾ। ਤੁਸੀਂ ਫਰਿੱਜ ਲੈਣ ਜਾਂਦੇ ਹੋ, ਅਗਲਾ ਉਹਦੇ ਗੁਣ ਕਿੰਨੇ ਦੱਸਦਾ, ਇਹ 'ਚ ਰਾਤ ਦੁੱਧ ਰੱਖੋ, ਸਵੇਰੇ ਵੀ ਇਦਾਂ ਦਾ ਨਿਕਲੂ, ਤਾਰੀਫ ਹੀ ਕਰਦਾ ਅਗਲਾ। ਤੁਸੀਂ ਸਬਜ਼ੀ ਬਣਾਈ ਹੈ, ਬਾਹਰ ਖਰਾਬ ਹੋ ਜਾਣੀ ਹੈ। ਹੁਣ ਇਹ ਸਬਜ਼ੀ ਬਣਾਈ ਹੈ, ਤੁਸੀਂ ਬਾਹਰ ਰੱਖੀ ਹੈ, ਖਰਾਬ ਹੋ ਗਈ। ਦੁੱਧ ਤੁਸੀਂ ਚੋ ਕੇ ਬਾਹਰ ਰੱਖਿਆ, ਖਰਾਬ ਹੋ ਗਿਆ, ਇਹ ਸਵੇਰ ਤੱਕ ਉਦਾਂ ਹੀ ਹੈ। ਅਗਲੇ ਗੁਣ ਦੱਸੇ ਨਾ ਤੁਹਾਨੂੰ, ਤੁਸੀਂ ਪੈਸੇ ਦੇ ਕੇ ਖਰੀਦ ਲੈਂਦੇ। ਤੁਹਾਨੂੰ ਹਰ ਚੀਜ਼ ਦਾ ਅਗਲਾ ਗੁਣ ਦੱਸਦਾ, ਤੁਹਾਨੂੰ ਗੱਡੀ ਦੇ ਗੁਣ ਦੱਸਦਾ, ਤੁਹਾਨੂੰ ਟਰੈਕਟਰ ਦੇ ਗੁਣ ਦੱਸਦਾ, ਤਾਰੀਫ ਕਰਦਾ ਉਹਦੀ। ਨਸ਼ੇ ਦਾ ਗੁਣ ਕਿਹੜਾ ਭਲਾ? ਉਹ ਆਂਦਾ ਇਹ ਸਿਹਤ ਲਈ, ਉੱਚੀ ਬੋਲੋ, ਹਾਨੀਕਾਰਕ ਹੈ। ਜਿਹਦੇ ਬਾਰੇ ਪਹਿਲੇ ਕਹਤਾ ਹਾਨੀਕਾਰਕ ਹੈ, ਕਹਿੰਦਾ ਲਿਆ ਦੇ 500 ਦੀ, ਹਾਨੀ ਕਰੀਏ ਤਗੜੇ ਹੋ ਗਏ। ਫਿਰ ਡਾਕਟਰ ਕਹਿੰਦਾ ਡਾਕਟਰ ਸਾਹਿਬ ਗੱਲ ਜੀ ਨਹੀਂ ਬਣਦੀ, ਨਿਗਾਹ ਘਟਦੀ ਜਾਂਦੀ ਹੈ ਵੀ ਤੂੰ ਤੇ ਅੰਨਾ ਹੋਣਾ, ਜਿਹੜੇ ਤੇਰੇ ਲਾਲੇ ਨੇ, ਜਿਹੜੇ ਤੇਰੇ ਲੱਛਣ ਨੇ, ਜਿਹੜੇ ਤੂੰ 10-15 ਸਾਲ ਕੱਢ ਗਿਆ, ਬੜੀ ਚੰਗੀ ਗੱਲ ਹੈ। ਬੰਦਾ ਨਸ਼ਾ ਨਾ ਕਰਦਾ ਹੋਵੇ, ਸਵੇਰੇ ਉੱਠ ਕੇ ਪਾਣੀ ਦੇ ਗਲਾਸ ਨਾਲ ਵੀ ਫੁਰਤੀ ਹੋਣੀ ਰਹਿਣੀ ਹੈ। ਬੰਦਾ ਉੱਡਦਾ ਫਿਰੂਗਾ, ਥਕੇਵਾ ਹੋਣਾ ਹੀ ਨਹੀਂ, એનર્ਜੀ ਪੂਰੀ ਹੋਣੀ ਬੰਦੇ 'ਚ। ਭੱਜ ਕੰਮ ਕਰਦਾ ਫਿਰੂਗਾ, 100-200 ਕਿਲੋਮੀਟਰ ਸਫ਼ਰ ਤੈਅ ਕਰਕੇ ਵੀ ਬੰਦੇ ਕਹਿਣਾ ਮੈਨੂੰ ਪਰਵਾਹ ਹੀ ਕੋਈ ਨਹੀਂ। ਕਈ ਵੇਖੋ ਜਿਨ੍ਹਾਂ ਜ਼ਿੰਦਗੀ 'ਚ ਨਸ਼ੇ ਨੂੰ ਲਾਗੇ ਨਹੀਂ ਆਉਣ ਦਿੱਤਾ, ਉਹ ਬੰਦੇ 60-70 ਸਾਲ ਤੱਕ ਵੀ ਐਕਟਿਵ। ਤੇ ਜਿਨ੍ਹਾਂ ਨਸ਼ਿਆਂ ਜ਼ਿੰਦਗੀ ਤਬਾਹ ਕਰ ਲਈ, ਉਹ 20 ਸਾਲ ਦੇ ਪੌੜੀਆਂ ਫੜ ਕੇ ਚੜ੍ਹਦਾ, ਡੰਡੇ ਤੁਰੇ ਨਹੀਂ ਜਾ ਰਹੇ। ਇਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ, ਸਾਡੇ ਤੇ ਡਿਪੈਂਡ ਕਰਦਾ, ਅਸੀਂ ਆਪਣੇ ਜੀਵਨ 'ਚ ਕੀ ਪਾਉਣਾ ਹੈ। ਐਸ ਮੂੰਹ ਥਾਣੀ ਅਸੀਂ ਕਿਹੜਾ ਨਸ਼ਾ ਪਾਉਣਾ ਹੈ, ਸਾਡੇ ਤੇ ਡਿਪੈਂਡ ਕਰਦਾ। ਹੁਣ ਤਾਂ ਨਸ਼ੇ ਵੀ ਕਈ ਕਿਸਮ ਦੇ ਚੱਲ ਪਏ, ਤੇ ਵੇਚਣ ਵਾਲਿਆਂ ਨੇ, ਅਗਲਿਆਂ ਨੇ ਆਪਣੇ ਕਾਰੋਬਾਰ ਵੱਡੇ ਖੜੇ ਕਰ ਲਏ ਨੇ, ਬਿਜ਼ਨਸ ਵਪਾਰ ਤਗੜੇ ਕਰ ਲਏ। ਉਹਨਾਂ ਨੂੰ ਫੇਲ ਕੌਣ ਕਰ ਸਕਦਾ? ਅਸੀਂ ਆਪ ਸਿਆਣੇ ਬਣ ਜਾਈਏ, ਸਿਆਣੇ ਬਣ ਜਾਈਏ। ਤਾਂ ਗੁਰੂ ਪਾਤਸ਼ਾਹ ਕਹਿੰਦੇ ਨੇ ਆਸ ਪਾਸ ਵਿਖੂਆ ਕੇ ਕੁੰਟਾ। ਧਿਆਨ ਨਾਲ ਸੁਣਿਓ ਗੱਲ ਨੂੰ। ਬੰਦੇ ਦਾ ਦਿਮਾਗ ਹੈ ਨਾ, ਇੱਥੇ ਜ਼ਹਿਰ ਦੇ ਖੂਹ ਵੀ ਹੈਗੇ ਤੇ ਇੱਥੇ ਅੰਮ੍ਰਿਤ ਦਾ ਖੂਹ ਵੀ ਹੈਗਾ। ਅੰਮ੍ਰਿਤ ਦਾ ਖੂਹ ਇੱਕੋ ਹੀ ਹੈ, ਜ਼ਹਿਰ ਦੇ ਖੂਹ ਜ਼ਿਆਦਾ ਨੇ। ਅੰਮ੍ਰਿਤ ਦਾ ਖੂਹ ਇੱਕ ਹੀ ਹੈ। ਅੰਮ੍ਰਿਤ ਹਰ ਨਾਮ ਹੈ ਮੇਰੀ ਜਿੰਦੜੀਏ, ਅੰਮ੍ਰਿਤ ਗੁਰਮਤਿ ਪਾਏ ਰਾਮ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਓ, ਬਾਹਰ ਢੂੰਡਤ ਬਹੁਤ ਦੁੱਖ ਪਾਵੇਂ, ਘਰ ਅੰਮ੍ਰਿਤ। ਬਾਣੀ ਕੀ ਕਹਿੰਦੀ ਹੈ? ਘਰ ਅੰਮ੍ਰਿਤ ਘਟ ਮਾਹੀ ਜਿਓ। ਅੰਮ੍ਰਿਤ ਤੇਰੇ ਹਿਰਦੇ ਰੂਪੀ ਘਰ 'ਚ ਜਿੰਨਾ ਮਰਜ਼ੀ ਕੱਢ ਪੀ ਜਾ। ਤੈਨੂੰ ਕੌਣ ਮਨਾ ਕਰਦਾ ਹੈ ਅੰਮ੍ਰਿਤ ਪੀਣ ਤੋਂ? ਤੂੰ ਰੋਜ਼ ਪੀ, ਬਾਟੇ ਭਰ ਕੇ ਪੀ। ਕਿਹੜਾ ਅੰਮ੍ਰਿਤ ਹੈ? ਚੰਗੀਆਂ ਵਿਚਾਰਾਂ। ਏਦਾਂ ਪਿਓ ਪੁੱਤ ਬਹਿ ਕੇ ਚੰਗੀਆਂ ਵਿਚਾਰਾਂ ਕਰਦੇ ਹੋਣ। ਹੈਗੇ ਨੇ ਪਰਿਵਾਰ ਸਮਾਜ ਵਿੱਚ ਖਤਮ, ਚੰਗਿਆਈ ਕਦੀ ਮੁੱਕਦੀ ਨਹੀਂ ਹੈ। ਚੰਗੇ ਲੋਕਾਂ ਕਰਕੇ ਸ਼ਾਇਦ ਇਹ ਦੁਨੀਆ ਤੁਰੀ ਜਾ ਰਹੀ ਹੈ। ਹੈਗੇ ਨੇ ਜਿਹੜੇ ਚਾਚਾ ਭਤੀਜੇ ਨੂੰ ਡਾਂਟ ਦੇਵੇ ਤੇ ਭਤੀਜੇ ਦੇ ਮੱਥੇ ਤੇ ਕੋਈ ਤਿਉੜੀ ਨਹੀਂ, ਉਹ ਕਹਿੰਦਾ ਮੈਨੂੰ ਚਾਚਾ ਹੱਕ ਨਾ ਕਹਿ ਰਿਹਾ ਗੱਲ। ਤੇ ਇਹੋ ਜਿਹੇ ਪਰਿਵਾਰ ਵੀ ਹੈਗੇ ਜਿਹਦੇ ਪਿਓ ਪੁੱਤ ਨੂੰ ਕੁਝ ਨਹੀਂ ਕਹਿ ਸਕਦਾ। ਚਾਚੇ ਦੀ ਸੁਣਦਾ ਅਗਲਾ, ਤਾਏ ਦੀ ਵੀ ਸੁਣਦਾ। ਕਿਉਂ? ਅਗਲੇ ਕਹਿੰਦੇ ਜਦੋਂ ਨਿਸ਼ਾਵਰ ਸਭ ਕੁਝ ਕਰ ਰਿਹਾ ਹੈ ਤੇ ਮੈਂ ਸੁਣਾਗਾ ਵੀ। ਜਿੱਥੇ ਲਾਲਚ ਹੈ, ਜਿੱਥੇ ਪਕੜ ਹੈ, ਤਾਈ ਚਾਚੀ ਪੁੱਤ ਧੀ ਨੂੰ ਜੋ ਮਰਜ਼ੀ ਕਹੇ ਅਗਲੇ ਸੁਣਦੇ ਨੇ। ਇਹੋ ਜਿਹੇ ਪਰਿਵਾਰ ਵੀ ਹੈਗੇ ਆ। ਇਹੋ ਜਿਹੇ ਵੀ ਹੈਗੇ ਜਿੱਥੇ ਮਾਂ ਧੀ ਨੂੰ ਕੁਝ ਨਹੀਂ ਕਹਿ ਸਕਦੀ। ਅੱਖਾਂ 'ਚ ਅੱਖਾਂ ਪਾ ਗੱਲ ਕਰਦੀ, ਕਹਿੰਦੀ ਮੈਨੂੰ ਤੇਰੀ ਪਰਵਾਹ ਕਰਦੀ। ਉਦੋਂ ਬੰਦੇ ਨੂੰ ਸਮਝ ਆਉਂਦੀ ਮੈਂ ਕਾਹਦੇ ਲਈ ਕੀ ਕਰ ਰਿਹਾ, ਮੈਂ ਜ਼ਿੰਦਗੀ ਕਿਹੜੀ ਜੀਉ ਰਿਹਾ ਮੈਂ। ਗੁਰੂ ਸਾਹਿਬ ਦੀ ਬਾਣੀ ਸਾਨੂੰ ਸਿਖਾ ਰਹੀ ਹੈ ਬੰਦਿਆ, ਤੇਰੇ ਅੰਦਰ ਜ਼ਹਿਰ ਵੀ ਹੈ ਤੇ ਤੇਰੇ ਅੰਦਰ ਅੰਮ੍ਰਿਤ ਵੀ ਹੈ। ਇਹ ਕੀ ਪੀਣਾ ਹੈ, ਇਹ ਡਿਪੈਂਡ ਤੇਰੇ ਤੇ ਕਰਦਾ ਹੈ। ਆਸ ਪਾਸ ਵਿਖੂਆ ਕੇ ਕੁੰਟਾ। ਬਿਖ ਕਹਿੰਦੇ ਜ਼ਹਿਰ ਨੂੰ, ਜ਼ਹਿਰ ਦੇ ਖੂਹ ਆ ਸਾਡੇ ਅੰਦਰ, ਬੀਚ ਅੰਮ੍ਰਿਤ ਹੈ ਭਾਈ ਰੇ। ਗੁਰੂ ਦਾ ਸਾਡੇ ਜੀਵਨ 'ਚ ਕੀ ਰੋਲ ਹੈ? ਗੁਰੂ ਜੀ ਕਹਿੰਦੇ ਨੇ ਆਹ ਜ਼ਹਿਰ ਦਾ ਖੂਹ ਹੈ, ਆਹ ਅੰਮ੍ਰਿਤ ਦਾ ਖੂਹ ਹੈ। ਹੁਣ ਇਹਨਾਂ 'ਚੋਂ ਤੂੰ ਕਿਹੜੇ ਖੂਹ ਤੋਂ ਕੀ ਪੀਣਾ ਹੈ, ਮਰਜ਼ੀ ਤੇਰੀ ਆਪਣੀ। ਮਾਰਕੀਟ ਹੈ, ਤੁਸੀਂ ਬਾਜ਼ਾਰ ਜਾਂਦੇ ਹੋ, ਉੱਥੇ ਦੁਕਾਨਾਂ ਗਰੋਸਰੀ ਦੀਆਂ ਵੀ ਹੁੰਦੀਆਂ, ਰਾਸ਼ਨ ਦੀਆਂ ਵੀ ਹੁੰਦੀਆਂ, ਫਰੂਟ ਦੀਆਂ ਦੁਕਾਨਾਂ ਵੀ ਹੁੰਦੀਆਂ ਨੇ, ਨਸ਼ੇ ਦੀਆਂ ਦੁਕਾਨਾਂ ਵੀ ਹੁੰਦੀਆਂ ਨੇ। ਉਹ 'ਚੋਂ ਕੀ ਖਰੀਦਣਾ ਉਹ ਤੁਹਾਡੀ ਮਰਜ਼ੀ ਹੈ ਨਾ। ਕਿਉਂ ਸਾਧ ਸੰਗਤ? ਇੱਕ ਚੀਜ਼ ਹੋਰ ਨੋਟ ਕਰਿਓ, ਜਿਹੜਾ ਗਾਹਕ ਹੁੰਦਾ ਨਾ, ਗਾਹਕ ਕਸਟਮਰ ਹਮੇਸ਼ਾ ਬਣਦਾ, ਬਣਾਇਆ ਨਹੀਂ ਜਾਂਦਾ ਧੱਕੇ ਨਾਲ। ਤੁਹਾਡੇ ਦਰਵਾਜ਼ੇ ਤੇ ਕੋਈ ਸਬਜ਼ੀ ਵੇਚਣ ਵਾਲਾ ਆ ਗਿਆ, ਧਿਆਨ ਨਾਲ ਸੁਣਿਓ, ਬੜੀ ਪਿਆਰੀ ਐਗਜ਼ਾਮਪਲ ਹੈ, ਤੁਹਾਨੂੰ ਸਮਝ ਵੀ ਆ ਜਾਣੀ ਹੈ। ਤੁਹਾਡੇ ਦਰਵਾਜ਼ੇ ਤੇ ਕੋਈ ਰੇਹੜੀ ਵਾਲਾ ਸਬਜ਼ੀ ਵੇਚਣ ਆ ਗਿਆ, ਉਹ ਉੱਚੀ ਉੱਚੀ ਆਵਾਜ਼ਾਂ ਦਿੰਦਾ ਹੈ, ਗਾਜਰਾਂ ਮਟਰ ਉੱਚੀ ਉੱਚੀ ਕਹਿੰਦਾ। ਆਪਣੇ ਦਰਵਾਜ਼ੇ ਗਾੜੀ ਆ ਗਿਆ, ਉਹ ਤੇ ਚਾਹੁੰਦਾ, ਉਹ ਤੇ ਚਾਹੇਗਾ ਵੀ ਆਹ ਪਰਿਵਾਰ ਸਾਰੀ ਸਬਜ਼ੀ ਮੇਰੀ ਖਰੀਦ ਲੇ, ਕਿਉਂਕਿ ਵੇਚਣ ਤੁਰਿਆ ਅਗਲਾ।
ਪਰ ਕੀ ਧੱਕੇ ਨਾਲ ਸਾਨੂੰ ਸਬਜ਼ੀ ਦੇ ਜੂਗਾ? ਬੀਬੀਆਂ ਬਾਹਰ ਨਿਕਲਦੀਆਂ ਨੇ, ਮਾਤਾ ਬਾਹਰ ਗਈ, ਕਹਿੰਦੀ ਹਾਂ ਪੁੱਤ ਕੀ ਗੱਲ ਹੈ? ਮਾਤਾ ਸਬਜ਼ੀ ਕੋਈ? ਹੁਣ ਉਹਨੂੰ ਪੁੱਛਿਆ ਵੀ ਇਦਾਂ ਮਟਰ, ਨਹੀਂ ਵੀਰਾ ਇਦਾਂ ਵਾ ਵੀ ਅੱਜ ਸਾਗ ਧਰਿਆ ਸੀ, ਕੱਲ ਨੂੰ ਦੇ ਜੀ। ਚਲਾ ਗਿਆ ਨਾ ਅੱਗੇ, ਬੋਲੋ ਚਲਾ ਗਿਆ, ਧੱਕੇ ਨਾਲ ਦੇ ਗਿਆ ਤੈਨੂੰ ਸਬਜ਼ੀ? ਨਹੀਂ ਦੇ ਗਿਆ। ਅੱਗੇ ਚਲਾ ਗਿਆ, ਕੋਈ ਗੱਲ ਨਹੀਂ ਮਾਤਾ ਕੱਲ ਨੂੰ ਆਜੂ। ਅੱਛਾ, ਇਹਦਾ ਅਰਥ ਵੀ ਉਹ ਤੇ ਚਾਹੁੰਦਾ ਸੀ ਗਾਹਕ ਐਸ ਗਲੀ ਚੋਂ 2 ਪਰਿਵਾਰ ਹੀ ਸਾਰੀ ਸਬਜ਼ੀ ਖਰੀਦ ਲੈਣ, ਪਰ ਤੁਸੀਂ ਨਹੀਂ ਖਰੀਦੀ, ਤੁਸੀਂ ਆਜ਼ਾਦ ਆ। ਇਦਾਂ ਹੀ ਤੁਸੀਂ ਕਿਸੇ ਕੱਪੜੇ ਵਾਲਾ ਚਾਹੁੰਦਾ ਵੀ ਜੇ ਆ ਜਿਹੜੇ ਗਾਹਕ ਆਏ ਉਹੀ ਸਾਰਾ ਕੱਪੜਾ ਖਰੀਦ ਕੇ ਲੈ ਜਾਣ। ਕੋਈ ਬੰਦਾ ਰਾਸ਼ਨ ਦੀ ਦੁਕਾਨ ਪਾ ਕੇ ਬੈਠਾ, ਉਹ ਵੀ ਚਾਹੁੰਦਾ ਵੀ ਆ ਸਾਰਾ। ਪੈਟਰੋਲ ਪੰਪ ਵਾਲੇ, ਕੋਈ ਪੈਟਰੋਲ ਪੰਪ ਵਾਲਾ ਚਾਹੁੰਦਾ ਵੀ ਜਿੰਨੀਆਂ ਗੱਡੀਆਂ ਲੰਘਦੀਆਂ ਇਹ ਸਾਰੀਆਂ ਤੇਲ ਪਵਾ ਕੇ ਲੰਘਣੇ ਤੋਂ। ਉਹ ਚਾਹੁੰਦੇ ਆ, ਉਹ ਤਾਂ ਚਾਹੁੰਦੇ ਵੀ ਸ਼ਾਮਾਂ ਤੱਕ ਸਾਡੇ 10 ਟਰੱਕ ਲੱਗਣ ਡੀਜ਼ਲ ਦੇ, 5 ਲੱਗਣ ਸਾਡੇ ਪੈਟਰੋਲ ਦੇ। ਉਹ ਤਾਂ ਚਾਹੁੰਦੇ ਆ ਵੀ ਹਰ ਗੱਡੀ ਇੱਧਰ ਦੀ ਤੇਲ ਪਵਾ ਕੇ ਨਿਕਲੇ। ਪਰ ਤੁਸੀਂ ਆਜ਼ਾਦ ਆ, ਤੁਹਾਡੀ ਮਰਜ਼ੀ ਹੈ। ਤੁਸੀਂ ਇਸ ਪੈਟਰੋਲ ਪੰਪ ਤੋਂ ਤੇਲ ਪਾਉਣਾ, ਤੁਹਾਡੀ ਮਰਜ਼ੀ ਹੈ ਕਿ ਤੁਸੀਂ। ਇਦਾਂ ਹੀ ਗੁਰੂ ਸਾਹਿਬ ਇੱਕ ਹੱਟ ਖੋਲ ਕੇ ਬੈਠੇ ਆ, ਕਹਿੰਦੇ ਤੂੰ ਆਜ਼ਾਦ ਹੈ, ਤੂੰ ਇੱਥੇ ਆਉਣਾ ਕਿ ਤੂੰ ਕਿਤੇ, ਉੱਚੀ ਬੋਲੋ, ਹੋਰ ਜਾਣਾ। ਤੂੰ ਆਜ਼ਾਦ ਹੈ ਨਾ। ਜੇ ਹੁਣ ਤੈਨੂੰ ਦੋਵੇਂ ਸੌਦੇ ਆ, ਤੂੰ ਜਿੱਦਾਂ ਦੇ ਗਾਹਕ ਬਣ ਕੇ ਆਏਗਾ ਉਦਾਂ ਦਾ ਲੈ ਜਾਏਗਾ। ਹੁਣ ਜਿਹੜੇ ਇੱਥੇ ਗਾਹਕ ਬਣ ਕੇ ਆਉਂਦੇ ਆ ਇੱਥੋਂ ਕੁਝ ਲੈ ਕੇ ਜਾਂਦੇ ਆ, ਗੁਰੂ ਸਾਹਿਬ ਵਿਚਾਰਾਂ ਦਿੰਦੇ ਆ, ਸਮਝਾਉਂਦੇ ਆ, ਭਾਈ ਜ਼ਿੰਦਗੀ ਸਵਾਰ ਲਾ। ਤਾਂ ਹੀ ਬਣ ਚ ਆਖਿਆ ਸੀ ਨਾ, ਮਨ ਵੇਚੈ ਸਤਿਗੁਰ ਕੈ ਪਾਸ ਤੇ ਸਿਵ ਕੈ ਕਾਰਜ ਰਾਸ। ਤੇਰੀ ਜ਼ਿੰਦਗੀ ਦੇ ਕਾਰਜ ਰਾਸ ਹੋ ਜਾਣਗੇ ਜੇ ਤੂੰ ਆਪਣਾ ਮਨ ਗੁਰੂ ਨੂੰ ਸੌਂਪ ਦੇਵੇਂਗਾ। ਜੇ ਤੂੰ ਆਪਣਾ ਮਨ ਸੌਂਪਿਆ ਹੋਗਾ, ਤੇਰੀ ਜ਼ਿੰਦਗੀ ਦੇ ਕਾਰਜ ਰਾਸ ਹੋ ਜਾਣਗੇ। ਤੋ ਪਾਤਸ਼ਾਹ ਇੱਥੇ ਸਮਝਾਉਂਦੇ ਨੇ, ਆਸ ਪਾਸ ਬਿਖੂਆ ਕੇ ਕੁੰਟਾ ਬੀਚ ਅੰਮ੍ਰਿਤ ਹੈ ਭਾਈ ਰੇ। ਹੈ ਭਾਈ, ਆਸੇ ਪਾਸੇ ਜ਼ਹਿਰ ਨਾਲ ਭਰੇ ਹੋਏ ਖੂਹ ਨੇ, ਵਿੱਚ ਅੰਮ੍ਰਿਤ ਦਾ ਖੂਹ ਹੈ। ਹੁਣ ਤੇਰੀ ਮਰਜ਼ੀ ਹੈ, ਤੂੰ ਅੰਮ੍ਰਿਤ ਪੀਣਾ ਹੈ ਕਿ ਤੂੰ ਜ਼ਹਿਰ ਪੀਣਾ ਹੈ। ਜ਼ਹਿਰ ਪੀਏਗਾ ਉਹਦੇ ਨਤੀਜੇ ਸਾਡੇ ਸਾਹਮਣੇ ਆ, ਅੰਮ੍ਰਿਤ ਪੀਵੇਂਗਾ ਉਹਦੇ ਨਤੀਜੇ ਸਾਡੇ ਸਾਹਮਣੇ। ਹੁਣ ਜਿਸ ਪਰਿਵਾਰ 'ਚ ਅੰਮ੍ਰਿਤ ਹੈ, ਜਿਸ ਪਰਿਵਾਰ 'ਚ ਗੁਰਬਾਣੀ ਹੈ, ਜਿਸ ਪਰਿਵਾਰ 'ਚ ਕੋਈ ਨਸ਼ਾ ਨਹੀਂ ਕਰਦਾ, ਜਿਸ ਪਰਿਵਾਰ 'ਚ ਕੋਈ ਇੱਕ ਦੂਜੇ ਨੂੰ ਧੋਖਾ ਨਹੀਂ ਦਿੰਦਾ, ਸਾਰੇ ਪਰਿਵਾਰ ਇਕੱਠੇ ਜੀ ਇਦਾਂ ਬੈਠਦੇ ਆ, ਗੱਲਾਂ ਬਾਤਾਂ ਕਰਦੇ, ਹੈ ਨਾ ਬੈਕੁੰਠ ਪਰਿਵਾਰ। ਤੁਸੀਂ ਵੇਖੋ ਕਈ ਪਰਿਵਾਰ ਇਦਾਂ ਦੇ, ਉਹਨਾਂ ਦੇ ਘਰ ਕੋਈ ਰਿਸ਼ਤੇਦਾਰ ਆਵੇ ਨਾ, ਪਤਾ ਕਿਤੇ ਤੁਹਾਡੇ ਘਰ ਆਣ ਕੇ ਮਨ ਬੜਾ ਲੱਗਦਾ। ਇਦਾਂ ਹੁੰਦਾ ਨਾ, ਜਿਹੜੇ ਪਰਿਵਾਰ ਬੜੇ ਨੇਕ ਹੋਣ, ਉਹਨਾਂ ਦੇ ਪਰਿਵਾਰਾਂ 'ਚ ਆਣ ਕੇ ਕਿਸੇ ਰਿਸ਼ਤੇਦਾਰ ਆ ਜਾਏ ਨਾ, ਉਹ ਕਹਿੰਦਾ ਤੁਹਾਡੇ ਘਰੋਂ ਦਾਨ ਨੂੰ ਦਿਲ, ਉੱਚੀ ਬੋਲੋ ਜੀ, ਨਹੀਂ ਕਰਦਾ। ਤੇ ਕਈ ਵਾਰੀ ਰਿਸ਼ਤੇਦਾਰ ਆਪਣੇ ਐਸੇ ਹੁੰਦੇ, ਤੁਸੀਂ ਰਾਤ ਜਾ ਕੇ ਰਹੋ, ਉਹਨਾਂ ਰਾਤ ਲੜ ਪੈਣਾ, ਉੱਚੀ ਬੋਲੋ ਪਿਆਰੇ, ਉਹਨਾਂ ਰਾਤ ਲੜ ਪੈਣਾ। ਤੇ ਫਿਰ ਕੀ ਕਹਿੰਦੇ ਆ, ਅੱਗੇ 2 ਸਾਲਾਂ ਬਾਅਦ ਆਏ ਸੀ, ਹੁਣ ਲੱਗਦਾ ਜੇ 2 ਸਾਲ ਹੋਰ ਪਏ, ਪਤਾ ਨਹੀਂ ਉਦੋਂ ਤੱਕ ਅਸੀਂ ਰਹਿਣਾ ਕਿ ਨਹੀਂ ਰਹਿਣਾ। ਫਰਕ ਹੈ ਨਾ। ਇੱਕ ਹੈਗਾ ਉਹ ਵੀ ਪਰਿਵਾਰ ਹੀ ਆ। ਹੁਣ ਫੇਰ ਕਹਿਣਗੇ ਇਸ ਘਰ 'ਚ ਲੜਾਈ ਬੜੀ, ਇਸ ਘਰ 'ਚ ਕਲੇਸ਼ ਬੜਾ। ਭਾਈ ਘਰ ਕੋਈ ਨਹੀਂ ਲੜਦਾ, ਉਹ ਘਰ ਵੇਚ ਕੇ ਵੇਖ ਲਓ, ਕਿਸੇ ਚੰਗੇ ਬੰਦੇ ਨੂੰ ਦੇ ਲਓ, ਉਹ ਘਰ ਹੀ ਚੰਗਾ ਬਣ ਜਾਣਾ। ਘਰ ਨਹੀਂ ਲੜਦਾ। ਕੋਈ ਦੀਵਾਰ ਕਿਸੇ ਦੀਵਾਰ ਨਾਲ ਲੜਦੀ ਵੇਖੀ, ਕੋਈ ਖਿੜਕੀ ਦਰਵਾਜ਼ੇ ਨਾਲ ਲੜਦੀ ਵੇਖੀ? ਲੜਦਾ ਕੌਣ ਹੈ? ਉੱਥੇ ਰਹਿਣ ਵਾਲਾ ਪਰਿਵਾਰ ਜੀ ਲੜਦੇ। ਤੇ ਉਹ ਅਸੀਂ ਆਪਣੇ ਆਪ ਨੂੰ ਬਦਲਣ ਨੂੰ, ਕਈ ਕਹਿਣਗੇ ਪਿੰਡ ਬੜੀ ਲੜਾਈ, ਸ਼ਹਿਰ ਕੋਠੀ ਪਾ ਲਈਏ, ਸ਼ਹਿਰ ਬੜੀ ਲੜਾਈ, ਪਿੰਡ ਚਲ ਜਾਈਏ। ਇਦਾਂ ਹੁੰਦਾ ਨਾ, ਐ ਸ਼ਹਿਰ ਨਹੀਂ ਰਹਿਣਾ, ਫਲਾਣੇ ਸ਼ਹਿਰ ਚਲ ਜਾਓ। ਉਹ ਕਈਆਂ ਦੇਸ਼ ਬਦਲਤੇ, ਪਰ ਲੜਾਈ ਵਾਲਾ ਸੁਭਾਅ, ਉੱਚੀ ਬੋਲੋ, ਨਹੀਂ ਬਦਲੇ। ਉਹ ਜਿਹੜੇ ਲਾਹੌਰ ਭੈੜੇ, ਅੱਗੇ ਉਹ ਪਿਸ਼ੌਰ ਵੀ ਭੈੜੇ। ਉਹ ਵਾਲਾ ਭੈੜਾਪਨ ਸੀ ਨਾ, ਉਹ ਅੰਦਰ ਸੀ। ਉਹਦਾ ਭੈੜਾਪਨ ਹੈ ਉਹ ਨਾਲ ਹੈ। ਉਹ ਕਿਹੜਾ ਸਕੈਨ ਕਰਕੇ ਅਗਲੇ ਲੈ ਕੇ ਜਾਂਦੇ, ਜਾਂ ਤੇ ਉਸ ਜਦੋਂ ਪਾਸਪੋਰਟ ਜਦੋਂ ਸਕੈਨ ਕਰਦੇ ਉਦੋਂ ਕਹਿੰਦੇ ਵੀ ਇਹਦਾ ਬ੍ਰੇਨ ਵੀ ਸਕੈਨ ਕਰ ਦਿਓ, ਵੀ ਇੱਥੇ ਰੱਖ ਲਓ ਗੰਦ ਜੋ ਵੀ ਹੈਗਾ, ਕਮ ਸੇ ਕਮ ਅੱਗੇ ਤਾਂ ਨਾ ਲੈ ਕੇ ਜਾਵੇ। ਏਦਾਂ ਹੁੰਦਾ ਨਹੀਂ ਕਦੀ ਵੀ। ਉਹ ਤੇ ਪੂੰਅਰ ਤਾਪ ਗੇਰੂ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਾਸਤਾ, ਦੇਸ਼ ਛੋੜ ਪਰਦੇਸੇ ਧਾਇਆ, ਅੱਗੇ 5 ਚੰਡਾਲ ਨਾਲੇ ਲੈ। ਉਹਦੇ 5 ਚੰਡਾਲ ਨਾ ਜਿਹੜੇ, ਉਹ ਬੰਦੇ ਦੇ ਨਾਲ ਹੀ ਜਾਂਦੇ। ਜਿੱਥੇ ਵੀ ਬੰਦਾ ਸਫ਼ਰ ਕਰਦਾ ਉਹ 5 ਨਾਲ ਤੁਰੇ ਫਿਰਦੇ। ਤੋ ਪਾਤਸ਼ਾਹ ਕਹਿੰਦੇ ਆਸ ਪਾਸ ਬਿਖੂਆ ਕੇ ਕੁੰਟਾ ਬੀਚ ਅੰਮ੍ਰਿਤ ਹੈ ਭਾਈ ਰੇ। ਅੱਗੇ ਪਾਤਸ਼ਾਹ ਕਹਿੰਦੇ ਨੇ ਏਕ ਬਗੀਚਾ, ਇਹ ਸੰਸਾਰ ਇੱਕ ਸੋਹਣਾ ਜਿਹਾ ਬਗੀਚਾ ਹੈ। ਇੱਕ ਬਗੀਚਾ ਪੇੜ ਘਣ ਕਰਿਆ, ਇਹ ਤੇ ਸਾਰੇ ਆਪਾਂ ਪੇੜ ਪੌਦੇ ਆ। ਜਿੰਨੇ ਵੀ ਆਪਾਂ ਪੌਦੇ ਆ ਨਾ, ਇਹਨਾਂ ਨੂੰ ਫਲ ਸਾਰਿਆਂ ਨੂੰ ਲੱਗੇ ਹੋਏ ਆ। ਜਿਨ੍ਹਾਂ ਨੇ ਜ਼ਹਿਰ ਵਾਲੇ ਖੂਹਾਂ ਤੋਂ ਜ਼ਹਿਰ ਪੀਤਾ, ਉਹਨਾਂ ਨੂੰ ਜ਼ਹਿਰ ਵਾਲੇ ਫਲ ਲੱਗ ਗਏ, ਤੇ ਜਿਨ੍ਹਾਂ ਨੇ ਅੰਮ੍ਰਿਤ ਪੀਤਾ ਉਹਨਾਂ ਨੂੰ ਅੰਮ੍ਰਿਤ ਦੇ ਫਲ ਲੱਗ ਗਏ। ਲੱਗੇ ਸਾਰੇ, ਲੱਗਣੇ ਸਾਰਿਆਂ ਨੂੰ ਹੀ। ਬੂਟਿਆਂ ਸਾਰਿਆਂ ਨੂੰ ਫਲ ਲੱਗਣਗੇ। ਕੋਈ